ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਮਝਾਉਂਦੇ ਵੀ ਇਸ ਲੋਕ ਦੇ ਵਿੱਚ ਆ ਕੇ ਸਾਡਾ ਜਿਹੜਾ ਮਨ ਹੈ ਇਹ ਮਾਇਆ ਦੇ ਨਾਲ ਪਿਆਰ ਪਾ ਲੈਂਦਾ, ਅਤੇ ਪਿਆਰ ਇਹ ਨਹੀਂ ਵੀ ਥੋੜ੍ਹਾ ਬਹੁਤ ਜ਼ਿਆਦਾ ਪਿਆਰ ਪਾ ਲੈਂਦਾ। ਹੁਣ ਇਸ ਮਨ ਦਾ ਮਾਇਆ ਦੇ ਨਾਲ ਜਿਹੜਾ ਨੇਹ ਲੱਗਿਆ, ਮਹਾਰਾਜ ਕਹਿੰਦੇ ਘਨੇਰਾ ਬਹੁਤ ਜ਼ਿਆਦਾ। ਸਤਿਗੁਰੂ ਕਹਿੰਦੇ ਵੀ ਹੁਣ ਕੋਈ ਗਿਆਨੀ, ਕੋਈ ਗੁਰਮੁਖ ਹੁਣ ਇਹ ਵਿਚਾਰ ਕਰੋ ਵੀ ਇਹ ਸਾਡਾ ਨਵੇੜਾ ਕਿਵੇਂ ਹੋਵੇ। ਸਾਡੇ ਮਨ ਦਾ ਜਿਹੜਾ ਪਿਆਰ ਉਹ ਇਹ ਮਾਇਆ ਦੇ ਨਾਲੋਂ ਟੁੱਟ ਕੇ ਪਰਮਾਤਮਾ ਨਿਰੰਕਾਰ ਦੇ ਨਾਲ ਕਿਵੇਂ ਪਵੇ। ਇਹ ਹੁਣ ਫਿਰ ਗਿਆਨੀਆਂ ਨੂੰ ਸਤਿਗੁਰਾਂ ਵੱਲੋਂ ਹੁਕਮ ਹੈ ਵੀ ਇਹਦੇ 'ਤੇ ਫਿਰ ਤੁਸੀਂ ਵਿਚਾਰ ਕਰੋ। ਮਾਰੇ ਫਰਮਾਉਂਦੇ ਇਸ ਮਨ ਮਾਇਆ ਕੋ ਨੇਹੋ ਘਨੇਰਾ, ਕੋਈ ਬੁੱਝੋ ਗਿਆਨੀ ਕਰੋ ਨਵੇੜਾ। ਵੀ ਜੇ ਕੋਈ ਗਿਆਨੀ ਹੈ ਤਾਂ ਬੁੱਝੋ,
ਵੀ ਇਹ ਮਨ ਦਾ ਕਿਵੇਂ ਨਵੇੜਾ ਹੋਵੇ, ਕਿਵੇਂ ਸਾਡੀ ਖਲਾਸੀ ਹੋਵੇ, ਕਿਵੇਂ ਸਾਡੇ ਮਨ ਦਾ ਛੁਟਕਾਰਾ ਇਸ ਮਾਇਆ ਤੋਂ ਹੋਵੇ। ਔਰ ਇਹਦੇ ਉੱਤੇ ਫਿਰ ਗਿਆਨੀਆਂ ਨੂੰ ਕਹਿੰਦੇ ਵੀ ਕੋਈ ਵਿਚਾਰ ਕਰ, ਦੱਸੋ ਵਿਚਾਰ। ਹੁਣ ਗਿਆਨੀ ਦੀ ਜਿਹੜੀ ਪਰਿਭਾਸ਼ਾ ਹੈ ਵੀ ਗਿਆਨੀ ਕਿੱਦਾਂ ਦਾ ਹੋਣਾ ਚਾਹੀਦਾ, ਕਿਹਨੂੰ ਗਿਆਨੀ ਕਹਿੰਦੇ ਗੁਰਬਾਣੀ ਗੁਰੂ ਵਿੱਚ? ਸਿਰਫ ਗਿਆਨੀ ਇਕੱਲਾ ਕਿਸੇ ਪਹਿਰਾਵੇ ਦਾ ਨਾਂ ਨਹੀਂ ਹੈ। ਸਾਡੇ ਮਨ ਦੀ ਅਵਸਥਾ ਹੈ ਜਿਹਨੇ ਗਿਆਨੀ ਬਣਨਾ। ਇਹੋ ਅਗਿਆਨੀ ਹੁੰਦਾ ਜਦੋਂ ਇਧਰ ਤ੍ਰੈ ਗੁਣਾ 'ਚ ਆਪਦੀ ਮੱਤ ਦੁਆਰਾ ਚੱਲਦਾ, ਇਹਨੂੰ ਅਗਿਆਨੀ ਕਹਿੰਦੇ। ਜਦੋਂ ਸੁੱਤਾ ਹੁੰਦਾ ਭਰਮ ਦੇ ਵਿੱਚ, ਫਿਰ ਇਹਨੂੰ ਅੰਧ ਅਗਿਆਨੀ ਕਹਿੰਦੇ ਵੀ ਅੰਨਾ ਹੈ, ਅਗਿਆਨੀ। ਗਿਆਨੀ ਕਹਿੰਦੇ ਵੀ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੀ ਮੱਤ ਲੈ ਲਈ, ਜਿਨ੍ਹਾਂ ਨੇ ਬ੍ਰਹਮ ਦਾ ਗਿਆਨ ਲੈ ਲਿਆ, ਬ੍ਰਹਮ ਦੀ ਸੋਝੀ ਲੈ ਲਈ, ਉਹਨਾਂ ਨੂੰ ਫਿਰ ਗੁਰਬਾਣੀ 'ਚ ਗਿਆਨੀ ਆਖੇ। ਹੁਣ ਜਿਹੜਾ ਗਿਆਨੀ ਮਹਾਰਾਜ ਕਹਿੰਦੇ ਵੀ ਕਿੱਦਾਂ ਦਾ ਹੋਣਾ ਚਾਹੀਦਾ, ਸਤਿਗੁਰੂ ਕਹਿੰਦੇ ਵੀ ਗਿਆਨੀ ਇੱਦਾਂ ਦਾ ਹੋਣਾ ਚਾਹੀਦਾ ਜਿਹਨੇ ਆਪਣੇ ਆਪੇ ਦੀ ਪਹਿਚਾਣ ਕੀਤੀ ਹੋਵੇ ਅਤੇ ਜਿਹਨੂੰ ਬ੍ਰਹਮ ਦੀ, ਸੱਚ ਦੀ, ਪਰਮਾਤਮਾ ਦੀ ਪਹਿਚਾਣ ਹੋਵੇ। ਇੱਦਾਂ ਦਾ ਜਿਹੜਾ ਗਿਆਨੀ ਹੋਣਾ ਚਾਹੀਦਾ, ਅਤੇ ਉਹ ਗਿਆਨੀ ਸਾਨੂੰ ਦੱਸ ਸਕਦਾ ਵੀ ਕਿਵੇਂ ਸਾਡਾ ਨਵੇੜਾ ਹੋਵੇ। ਮਹਾਰਾਜ ਫਰਮਾਉਂਦੇ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਈ, ਆਪ ਪਛਾਣੇ ਬੂਝੇ ਸੋਈ। ਵੀ ਗਿਆਨੀ ਕਿੱਦਾਂ ਦਾ ਹੋਣਾ ਚਾਹੀਦਾ? ਜਿਹਨੇ ਆਪਣੇ ਆਪੇ ਦੀ ਪਹਿਚਾਣ ਕੀਤੀ ਹੋਵੇ, ਜਿਹਨੇ ਮਾਲਕ ਦੀ ਪਹਿਚਾਣ ਕੀਤੀ ਹੋਵੇ, ਜਿਹੜਾ ਆਪਣੇ ਘਰ ਗਿਆ ਹੋਵੇ, ਉਹਨੂੰ ਫਿਰ ਗਿਆਨੀ ਕਹਿੰਦੇ। ਅਤੇ ਗਿਆਨੀਆਂ ਨੂੰ ਫਿਰ ਇਹ ਹੁਕਮ ਹੈ ਵੀ ਤੁਸੀਂ ਐਸੀ ਵਿਚਾਰ ਕਰਨੀ ਵੀ ਸਾਡੀ ਜਿਹੜੀ ਇੱਧਰੋਂ ਮਾਇਆ ਤੋਂ ਖਲਾਸੀ ਹੋ ਜਾਵੇ, ਕਿਵੇਂ ਅਸੀਂ ਜੀਵਨ ਮੁਕਤ ਹੋਈਏ, ਕਿਵੇਂ ਸਾਡਾ ਮਨ ਇਹ ਵਿਚਾਰਾਂ ਤੋਂ, ਫੁਰਨਿਆਂ ਤੋਂ ਉੱਪਰ ਉੱਠੇ, ਵੈਰ ਵਿਰੋਧ ਤੋਂ ਉੱਪਰ ਉੱਠੇ। ਉਹ ਫਿਰ ਸਾਨੂੰ ਗਿਆਨੀਆਂ ਨੇ ਵਿਚਾਰ ਕਰਨੀ ਹੁੰਦੀ। ਅਤੇ ਮਹਾਰਾਜ ਕਹਿੰਦੇ ਐਸੀ ਵਿਚਾਰ, ਐਸਾ ਗਿਆਨੀ, ਪਰ ਹੈ ਉਹ ਵਿਰਲੇ ਵਿਰਲੇ, ਥੋੜ੍ਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਸਾਨੂੰ ਸਮਝਾਉਂਦੇ, ਐਸਾ ਗਿਆਨ ਵਿਚਾਰੇ ਕੋਈ, ਜਾਤੇ ਮੁਕਤ ਪਰਮਗਤ ਹੋਈ। ਬਈ ਐਸਾ ਗਿਆਨ ਕੋਈ ਵਿਰਲਾ ਹੀ ਵਿਚਾਰਦਾ ਵੀ ਜਿਹਦੇ ਨਾਲ ਅਸੀਂ ਜੀਵਨ ਮੁਕਤ ਹੋ ਜਾਈਏ, ਜਿਹਦੇ ਨਾਲ ਸਾਡੀ ਵੰਦ ਖਲਾਸੀ ਹੋ ਜੇ, ਸਾਡਾ ਮਾਇਆ ਦੇ ਨਾਲੋਂ ਨੇਹ ਟੁੱਟ ਕੇ ਮਾਲਕ ਦੇ ਨਾਲ ਜੁੜ ਜੇ। ਔਰ ਇਹ ਫਿਰ ਗਿਆਨੀਆਂ ਨੇ, ਸੰਤਾਂ ਨੇ, ਗੁਰਸਿੱਖਾਂ ਨੇ ਇਹ ਵਿਚਾਰ ਕਰਨੀ ਹੁੰਦੀ, ਜਿਹਦੇ ਨਾਲ ਮੋਹ ਜਿਹੜਾ ਸਾਡਾ ਵਿਣਸ ਜਾਵੇ, ਮਾਇਆ ਦੇ ਨਾਲੋਂ ਸਾਡਾ ਆਪਣਾ ਆਪਾ ਖਤਮ ਹੋ ਜੇ। ਮਹਾਰਾਜ ਇਸ ਲਈ ਫਰਮਾਉਂਦੇ, ਬਿਨਸੇ ਮੋਹ ਮੇਰਾ ਔਰ ਤੇਰਾ, ਬਿਨਸੇ ਆਪਣੀ ਧਾਰੀ, ਸੰਤੋ ਇਹਾ ਬਤਾਵੋ ਕਾਰੀ, ਜਿਤ ਹਉਮੈ ਗਰਭ ਨਿਵਾਰੀ। ਵੀ ਸੰਤੋ ਸਾਨੂੰ ਐਸੀ ਕਾਰ ਦੱਸੋ ਵੀ ਜਿਹਦੇ ਨਾਲ ਸਾਡੇ ਅੰਦਰੋਂ ਗਰਭ ਖਤਮ ਹੋ ਜੇ, ਹਉਮੈ ਖਤਮ ਹੋ ਜੇ, ਸਾਡਾ ਆਪਣਾ ਆਪਾ ਹੀ ਖਤਮ ਹੋ ਜੇ। ਜਿਹੜਾ ਮੋਹ, ਜਿਹੜਾ ਪਿਆਰ ਸਾਡਾ ਘਨੇਰਾ ਪਿਆ ਹੋਇਆ ਮਾਇਆ ਦੇ ਨਾਲ, ਇਹ ਸਾਡਾ ਪਿਆਰ ਟੁੱਟ ਜਾਵੇ, ਮਾਇਆ ਨੂੰ ਸਾਡਾ ਮਨ ਛੱਡ ਦੇਵੇ। ਵੀ ਐਸੀ ਵਿਚਾਰ ਜਿਹੜੀ ਸਾਨੂੰ ਉਹ ਦੱਸੋ ਜਿਹਦੇ ਨਾਲ ਸਾਡਾ ਮੋਹ ਵਿਣਸ, ਜਿਹਦੇ ਨਾਲ ਸਾਡੇ ਅੰਦਰੋਂ ਮੇਰ ਤੇਰ ਹੈ, ਜਿਹੜੀ ਸਾਡੇ ਅੰਦਰ ਦੁਬਦਾ, ਇਹ ਦੁਬਦਾ ਵਿਣਸ ਜੇ, ਦੁਬਦਾ ਖਤਮ ਹੋ ਜੇ।
ऐसी विचार फिर सानू ਗਿਆਨੀਆਂ ने, संतां ने, साधुआं ने, गुरसिखां ने सानू फिर ये विचार सुनाउणी हुंदी, उन्हां ने सानू दसना हुंदा। फिर महाराज कहते भी ज्ञानी इदां दा होना चाहिए भी जिहड़ा सानू ये भेद दवे भी किवें असीं परमात्मा वाहिगुरू दे नाल मिलाप करीए, जिहड़ा सानू भेद दवे भी गुरबाणी गुरु 1430 अंग सानू की उपदेश कर रहे, सतगुरु की सानू समझा रहे, उस नूं फिर गुरबाणी गुरु विच ज्ञानी कहते भी जिन्हों अपने आपे की पहचान है, आपदे घर की पहचान है, जिन्हें मालक की पहचान की, जिहड़ा हुक्म दे विच आ गया वो ज्ञानी। सतगुरु कहते भी ज्ञानी तुसीं किहनूं समझो, किहनूं जानो, जिहड़ा फिर इस संसार के दुखों सुखों तो उपर, जिन्हों इस संसार के दुख सुख बन नहीं सकते, जिन्हों ये पाप पुन बन नहीं सकते, पाप पुन तो उपर, दुखों सुखों तो उपर, उन्होंने फिर महाराज सच्चे पातशाह कहते तुसीं ज्ञानी जानो, ते उन्होंने फिर तुसीं जीवन मुक्त समझो। महाराज कहते दुख सुख ये बाधे जे नाहिन, तह जानो तुम ज्ञानी, नानक मुगत ताहे तुम मानो, ये विद को जो प्राणी। भी जिहदी ऐसी अवस्था बन गई उन्होंने तुसीं जीवन मुक्त समझो, जिउंदे जी मुक्त हो चुकी, वो जिउंदे जी इन्हां त्रै गुणां तो माया तो उपर उठ चुकी, उन्होंने ज्ञानी समझ भी उन्होंने ब्रह्म का ज्ञान है, ज्ञान होने करके ही वो ये दुविधा तो उपर उठे हुए, ये संसार जिहदे विच सारा संसार दुरमत की अगन दे विच दुविधा दे विच जल रहा है, सड़ रहा है, दुखी हो रहे है। जिहड़े ज्ञानी जिन्हां नूं ब्रह्म का ज्ञान हो गया, उन्हां नूं फिर ये अगन पानी वर्गी ठंडी लगदी, उन्हां नूं सेक नहीं लगता, उन्हां नूं नहीं सड़ सकती। मारे फरमाउंदे कबीर मन शीतल भया, पाया ब्रह्म ज्ञान, जैन जवाला जग जारिया, सो जन के उदक समान। भी जिस जवाला दुरमत की अगन च सारा जगत जल रहे, गुरमुखां नूं पानी वर्गी ठंडी लगती। और आप जदों भगतां तो पुछदे भी तुहानूं क्यों नहीं साड़दी, वो कहंदे सानूं ब्रह्म का ज्ञान, तो उन्होंने महाराज कहते ज्ञानी समझो। और इस वास्ते ज्ञानी की परिभाषा ये है भी जिन्हों ज्ञान हो गया फिर उन्होंने जिहड़ा मन वो शीतल हो जाता, ठंडा हो जाता, फिर उन्होंने मन कढ़दा नहीं, उन्होंने मन दुखी नहीं हुंदा, शांत नहीं हुंदा। तो उन्होंने कहते भी इन्हों ब्रह्म का ज्ञान है, ये ज्ञानी। ऐसे ज्ञानियां नूं फिर हुक्म है भी तुसीं ये विचार दस भी ऐसी विचार करो जिहदे नाल सानूं परम पदवी की प्राप्ति हो जाए, जिहदे नाल असीं जीवन मुक्त हो जाइए। किवें साडे अंदर ये दुविधा खत्म होवे, दुरमत की अगन तो असीं उपर उठीए ताकि असीं सड़ीए ना, असीं जलीए ना। फिर वो विचार जिहड़ी वो ज्ञानियां नहीं करनी। मारे फरमाउंदे ऐसा करो विचार ज्ञानी, ज्यादे पाइए पद निर्वाणी। भी जे तुसीं ज्ञानी हो तो इदां दी विचार करो भी निर्वाण पद की सानूं किवें प्राप्ति होवे। निर्वाण पद हुंदा भी जिथे किसी किस्म की कोई वासना नहीं, जिथे कोई विचार नहीं, जिथे कोई सहसा नहीं, कोई फिक्र नहीं, कोई चिंता नहीं, कोई दुख नहीं। भी वो अवस्था सानूं किवें प्राप्ति होवे, वो अवस्था विज्ञानियों ये विचार करो, दसो। और जिहड़ा तो फिर ज्ञानी है उन्हें तो ये विचार करनी, तो जिहड़ा अज्ञानी
ਉਹ ਜੇ ਵਿਚਾਰ ਕਰੇਗਾ ਵੀ ਉਹ ਸੰਸਾਰ ਦੀ ਕਰੇਗਾ, ਉਹ ਨਹੀਂ ਸਾਨੂੰ ਦੱਸੇਗਾ ਵੀ ਕਿਵੇਂ ਇੱਥੋਂ ਅਸੀਂ ਨਿਕਲਣਾ, ਕਿਵੇਂ ਅਸੀਂ ਜੀਵਨ ਮੁਕਤ ਹੋਣਾ। ਉਹ ਅਗਿਆਨੀ ਨੇ ਸਾਨੂੰ ਸੰਸਾਰ ਨਾਲ ਹੀ ਜੋੜੀ ਜਾਣਾ, ਕਿਉਂਕਿ ਉਹ ਆਪ ਮਾਇਆ ਨੇ ਨਾਲ ਜੁੜਿਆ, ਆਪ ਮਾਇਆ ਧਾਰੀ ਹੈ, ਅਤੇ ਉਹਨੇ ਸਾਨੂੰ ਵੀ ਇੱਧਰ ਮਾਇਆ ਦੇ ਨਾਲ ਹੀ ਜੋੜੀ ਜਾਣਾ ਵੀ ਦੱਸੋ ਤੁਹਾਨੂੰ ਕੀ ਚਾਹੀਦਾ। ਹੁਣ ਸੰਸਾਰ ਦੇ ਵਿੱਚ ਜੀਵਾਂ ਨੂੰ ਨਾ ਗਿਆਨ ਹੋਣ ਕਰਕੇ ਉਹ ਇਹ ਸਰੀਰ ਨੂੰ ਹੀ ਸਾਰਾ ਕੁਛ ਮੰਨਦੇ। ਫਿਰ ਉਹ ਕੋਈ ਜੀਵ ਜਾਣਦਾ ਵੀ ਮੇਰੇ ਸਰੀਰ ਦੀ ਤੰਦਰੁਸਤੀ ਚਾਹੀਦੀ ਮੈਨੂੰ, ਵੀ ਇਹ ਮੇਰਾ ਸਰੀਰ ਤੰਦਰੁਸਤ ਹੋ ਜੇ, ਰੋਗ ਰਹਿਤ ਹੋ ਜੇ। ਉਹ ਫਿਰ ਉਹ ਦੱਸੇਗਾ ਵੀ ਇਹ ਸਰੀਰ ਨੂੰ ਤੁਸੀਂ ਰੋਗ ਰਹਿਤ ਕਰਨ ਵਾਸਤੇ ਵੀ ਕਿਹੜਾ ਜਾਪ ਕਰਨਾ, ਕੀ ਕਰਨਾ, ਉਹ ਸਾਨੂੰ ਉਵੇਂ ਦੱਸੀ ਜਾਏਗਾ। ਕਿਸੇ ਜੀਵ ਨੇ ਕਹਿਣਾ ਮੇਰਾ ਕਾਰੋਬਾਰ ਨਹੀਂ ਚੱਲਦਾ, ਵੀ ਉਹ ਕਿਵੇਂ ਚੱਲੇ, ਅਤੇ ਉਹਨੇ ਕਹਿਣਾ ਉਹਦੇ ਵਾਸਤੇ ਤੂੰ ਆਹ ਕਰ ਲਾ। ਕਿਸੇ ਸਿਰ 'ਚ ਕਰਜ਼ਾ ਚੜ੍ਹਿਆ ਅਤੇ ਕਰਜ਼ਾ ਕਿਵੇਂ ਲੱਥੇ, ਉਹ ਕਹਿੰਦੇ ਤੁਸੀਂ ਆਹ ਕਰ। ਹੁਣ ਉਹਨਾਂ ਅਗਿਆਨੀਆਂ ਨੇ ਸਾਨੂੰ ਇਹ ਨਹੀਂ ਦੱਸਣਾ ਵੀ ਇੱਥੋਂ ਨਿਕਲਣਾ ਕਿਵੇਂ, ਉਹਨਾਂ ਨੇ ਤਾਂ ਸਾਨੂੰ ਇਹੀਓ ਦੱਸੀ ਜਾਣਾ ਵੀ ਸੰਸਾਰ ਦਾ ਖਿਲਾਰਾ ਅਸੀਂ ਕਿਵੇਂ ਵਧਾਉਣਾ, ਕਾਰੋਬਾਰ 'ਚ ਕਿਵੇਂ ਵਾਧਾ ਹੋਵੇ ਤਾਂ ਕਿ ਅਸੀਂ ਹੋਰ ਫਸ ਜੀ। ਨਿਕਲਦਾ ਅਸੀਂ ਪਹਿਲਾਂ ਨਹੀਂ ਰਹੇ, ਛੁਟਕਾਰਾ ਤਾਂ ਸਾਡਾ ਪਹਿਲਾਂ ਨਹੀਂ ਇੱਥੋਂ ਹੋ ਰਿਹਾ। ਸਾਡਾ ਮਨ ਮਾਇਆ ਨੂੰ ਛੱਡਦਾ ਨਹੀਂ, ਕਿਉਂਕਿ ਇਹਦੇ ਨਾਲ ਇਹਨੇ ਬੜਾ ਘਨੇਰਾ ਨਿਉ, ਇਹਦੇ ਨਾਲ ਬੜਾ ਨੇਹ ਲਾਇਆ, ਇਹਨੇ ਬੜਾ ਮੋਹ ਪਾਇਆ, ਬੜਾ ਪਿਆਰ ਪਾਇਆ ਹੋਇਆ। ਹੁਣ ਗਿਆਨੀਆਂ ਨੇ ਤਾਂ ਇਹ ਦੱਸਣਾ ਵੀ ਇਹ ਮਾਇਆ ਤੋਂ ਛੁਟਕਾਰਾ ਕਿਵੇਂ ਹੋਵੇ, ਮੋਹ ਦੀ ਰੱਸੀ ਜਿਹੜੀ ਸਾਡੇ ਗਲ 'ਚ ਪਈ ਹੈ ਕਿਵੇਂ ਕੱਟੀ ਜਾਵੇ। ਹੁਣ ਜਿਹੜੇ ਅਗਿਆਨੀ ਉਹਨਾਂ ਨੇ ਦੱਸਣਾ ਵੀ ਮੋਹ ਸਾਡਾ ਹੋਰ ਕਿਵੇਂ ਪਵੇ, ਅਸੀਂ ਹੋਰ ਕਿਵੇਂ ਬੱਝੀਏ ਸੰਸਾਰ ਦੇ ਵਿੱਚ। ਇਸ ਵਾਸਤੇ ਫਿਰ ਇੱਥੇ ਵਿਚਾਰ ਦੇ ਵਿੱਚ ਅੰਤਰ ਆ ਜਾਂਦਾ, ਫਰਕ ਪੈ ਜਾਂਦਾ। ਜਿਹੜੇ ਗਿਆਨੀ ਨੇ ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹ ਜੀਵਨ ਮੁਕਤ ਅਸੀਂ ਕਿਵੇਂ ਹੋਈਏ, ਵੀ ਅਸੀਂ ਕਿਵੇਂ ਆਪਣਾ ਆਪਾ ਖਤਮ ਕਰੀਏ ਸੰਸਾਰ ਦੇ ਵਿੱਚ, ਵੀ ਰਹਿੰਦੇ ਰਹਿੰਦੇ ਅਸੀਂ ਆਪਣਾ ਭਾਵ ਖਤਮ ਕਰ ਲਈਏ, ਆਪਦੇ ਆਪ ਨੂੰ ਮਿਟਾ ਲਈਏ, ਆਪਦੇ ਆਪ ਕੁਰਬਾਨ ਹੋ ਜਾਈਏ ਪਰਮਾਤਮਾ ਤੋਂ, ਨਿਰੰਕਾਰ ਤੋਂ, ਨਾਮ ਤੋਂ। ਜਿਹੜਾ ਸੰਸਾਰੀ ਹੈ ਉਹਨੇ ਦੱਸਣਾ ਵੀ ਅਸੀਂ ਖਿਲਾਰਾ ਕਿਵੇਂ ਵਧਾਉਣਾ, ਵੀ ਕਿਵੇਂ ਜਿਉਂ-ਜਿਉਂ ਅਸੀਂ ਖਿਲਾਰਾ ਵਧਾਵਾਂਗੇ ਸਾਡੇ ਅੰਦਰ ਹੋਰ ਹੰਕਾਰ, ਹੋਰ ਹਉਮੈ ਆਏਗੀ। ਫਿਰ ਉਹਨੇ ਇਹ ਦੱਸਣਾ ਵੀ ਸੰਸਾਰ ਦਾ ਕਿਵੇਂ ਵਧਾਉਣਾ, ਅਤੇ ਗੁਰਮੁਖਾਂ ਨੇ ਇਹ ਦੱਸਣਾ ਵੀ ਕਿਵੇਂ ਸਮੇਟਣਾ ਸੰਸਾਰ 'ਚ। ਔਰ ਇਸ ਕਰਕੇ ਫਿਰ ਜਿਹੜੇ ਗੁਰਮੁਖਾਂ ਦਾ ਮਾਰਗ ਹੈ, ਜਿਹੜਾ ਸੰਤ ਮਾਰਗ, ਉਹਦੇ 'ਤੇ ਜੀਵ ਤਾਂ ਕਰਕੇ ਥੋੜ੍ਹੇ ਚੱਲਦੇ, ਵਿਰਦੇ ਬਹੁਤ ਵਿਰਲੇ ਨੇ ਜਿਹੜੇ ਚੱਲਦੇ ਨੇ, ਕਿਉਂਕਿ ਸੰਸਾਰ 'ਚ ਜਿਹੜੀ ਦੌੜ ਲੱਗੀ ਪਾਉਣ ਦੀ, ਵੀ ਮੈਂ ਕੁਝ ਨਾ ਕੁਝ ਪਾ ਲਵਾਂ, ਅਤੇ ਇੱਧਰ ਜਿਹੜਾ ਰਸਤਾ ਇਹ ਮਿਟਾਉਣ ਦਾ, ਵੀ ਅਸੀਂ ਆਪਦੇ ਆਪ ਨੂੰ ਮਿਟਾਈਏ ਕਿਵੇਂ, ਸਾਡਾ ਆਪਣਾ ਭਾਵ ਮਿਟੇ ਕਿਵੇਂ, ਸਾਡਾ ਆਪਣਾ ਆਪਾ ਖਤਮ ਕਿਵੇਂ ਹੋਵੇ, ਸਾਡੀ ਮੱਤ ਕਿਵੇਂ ਖਤਮ ਹੋਵੇ, ਸਾਡੀ ਸਿਆਣਪ ਕਿਵੇਂ ਖਤਮ ਹੋਵੇ। ਇੱਧਰ ਅਸੀਂ ਆਪਣਾ ਆਪਾ ਮਿਟਾਉਣਾ ਅਤੇ ਉੱਧਰ ਹੋਰ ਹਉਮੈ, ਹੋਰ ਹੰਕਾਰ ਵਧਾਉਣਾ। ਹੁਣ ਤਾਂ ਕਰਕੇ ਫਿਰ ਜੀਵ ਜਿਹੜਾ ਸੰਸਾਰ ਵਾਲਾ ਰਸਤਾ ਮਾਇਆ ਦਾ, ਉੱਧਰ ਨੂੰ ਜ਼ਿਆਦਾ ਚੱਲਦੇ, ਉੱਧਰ ਬਹੀਰਾਂ ਘੱਤੀਆਂ ਹੋਈਆਂ। ਜਿਹੜਾ ਇਹ ਸੰਤਾਂ ਦਾ ਮਾਰਗ, ਇਹਦੇ 'ਤੇ ਕੋਈ ਬਹੁਤੀ ਭੀੜ ਨਹੀਂ, ਇਹਦੇ 'ਤੇ ਚੱਲਣ ਵਾਲੇ ਥੋੜ੍ਹੇ ਨੇ, ਵਿਰਲੇ ਵਿਰਲੇ ਨੇ। ਮਾਰੇ ਤਾਈਆਂ ਫਰਮਾਉਂਦੇ ਜੱਗ ਮੇ ਉੱਤਮ ਕਾਢੀਏ ਵਿਰਲੇ ਕੀ ਕੀ, ਵੀ ਜੱਗ ਦੇ ਵਿੱਚ, ਜਗਤ ਦੇ ਵਿੱਚ ਉਹ ਗੁਰਮੁਖ ਵਿਰਲੇ ਨੇ ਜਿਹੜੇ ਫਿਰ ਸਿਮਰਨ ਅਭਿਆਸ ਕਰਕੇ ਮਾਲਕ ਨੂੰ ਮਿਲਣਾ ਚਾਹੁੰਦੇ, ਜਿਹੜੇ ਆਪਦੇ ਜੀਵਨ ਦਾ ਲਾਹਾ ਕੱਟਣਾ ਚਾਹੁੰਦੇ, ਜਿਹੜੇ ਜੀਵਨ ਮੁਕਤ ਹੋਣਾ ਚਾਹੁੰਦੇ। ਤਾਈਓ ਫਿਰ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸ਼ਰਤ ਇਹ ਰੱਖੀ ਹੈ ਵੀ ਜੇ ਤੁਸੀਂ
ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਜੇ ਤੁਸੀਂ ਆਪਣਾ ਆਪਾ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਹੋ, ਮਾਲਕ ਦਾ ਰੂਪ ਹੋਣਾ ਚਾਹੁੰਦੇ ਹੋ, ਫਿਰ ਸ਼ਰਤ ਇਹ ਹੈ ਵੀ ਪਹਿਲਾਂ ਮਰਨ ਕਬੂਲ ਕਰ। ਜਿਉਣ ਦੀ ਜਿਹੜੀ ਆਸ ਉਹਨੂੰ ਛੱਡੋ, ਆਸ਼ਾ ਅਭਿਲਾਸ਼ਾ ਨੂੰ ਛੱਡੋ। ਮਹਾਰਾਜ ਫਰਮਾਉਂਦੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਧੋ ਆਓ ਹਮਾਰੇ ਪਾਸ। ਪਹਿਲਾਂ ਸ਼ਰਤ ਹੀ ਇਹ ਰੱਖੀ ਵੀ ਪਹਿਲਾਂ ਮਰਨ ਕਬੂਲ ਕਰ, ਵੀ ਇਹਦੇ 'ਤੇ ਚੱਲਦੇ ਹੋਏ ਮਰਨਾ ਪੈਣਾ। ਅਤੇ ਇਹ ਜਿਹੜੀਆਂ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਜਿਉਣ ਦੀਆਂ ਜਿਹੜੀਆਂ ਅਸੀਂ ਆਸਾਂ ਲਾਈ ਬੈਠੇ, ਇਹ ਆਸਾਂ ਸਾਨੂੰ ਛੱਡਣੀਆਂ ਪੈਣੀਆਂ। ਹੁਣ ਇਸ ਕਰਕੇ ਜੀਵ ਇਹਨੂੰ ਛੱਡਣਾ ਨਹੀਂ ਚਾਹੁੰਦਾ, ਤਾਂ ਕਰਕੇ ਫਿਰ ਇਸ ਮਾਰਗ ਦੇ ਉੱਤੇ ਚੱਲਦਾ ਨਹੀਂ, ਸੰਤ ਮਾਰਗ 'ਚ। ਤਾਂ ਫਿਰ ਮਹਾਰਾਜ ਕਹਿੰਦੇ ਵੀ ਸੰਤਾਂ ਨੇ ਤਾਂ ਸਾਨੂੰ, ਗਿਆਨੀਆਂ ਨੇ ਇਹੀਓ ਵਿਚਾਰ ਦੱਸਣੀ ਹੁੰਦੀ ਵੀ ਕਿਵੇਂ ਅਸੀਂ ਜੀਵਨ ਮੁਕਤ ਹੋਈਏ, ਅਤੇ ਕਿਵੇਂ ਸਾਡਾ ਇਹ ਮਾਇਆ ਦੇ ਨਾਲ ਜਿਹੜਾ ਪਿਆਰ ਪਿਆ ਹੋਇਆ, ਵੀ ਇਹ ਮਾਇਆ ਨਾਲੋਂ ਟੁੱਟ ਕੇ ਕਿਵੇਂ ਮਾਲਕ ਦੇ ਨਾਲ ਪੈਚ। ਇਹ ਫਿਰ ਗਿਆਨੀਆਂ ਨੇ ਵਿਚਾਰ ਕਰਨ। ਤਾਈਓ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਇਸ ਮਨ ਮਾਇਆ ਕੋ ਨੇਹੋ ਘਨੇਰਾ, ਕੋਈ ਬੂਝੋ ਗਿਆਨੀ ਕਰੋ ਨਵੇੜਾ। ਵੀ ਇਹ ਮਨ ਦਾ ਸਾਡੇ ਦਾ ਤਾਂ ਬੜਾ ਪਿਆਰ ਪਿਆ ਹੋਇਆ ਮਾਇਆ ਦੇ ਨਾਲ, ਘਨੇਰਾ ਬਹੁਤ ਜ਼ਿਆਦਾ। ਹੁਣ ਕੋਈ ਗਿਆਨੀ ਮਿਲੇ ਅਤੇ ਐਸੀ ਵਿਚਾਰ ਕਰੇ ਵੀ ਸਾਡਾ ਨਵੇੜਾ ਕਿਵੇਂ ਹੋਵੇ, ਕਿਵੇਂ ਸਾਡੀ ਖਲਾਸੀ ਹੋਵੇ, ਕਿਵੇਂ ਮਾਇਆ ਦੇ ਨਾਲੋਂ ਸਾਡਾ ਨੇਹ ਜਿਹੜਾ ਉਹ ਟੁੱਟੇ ਅਤੇ ਮਾਲਕ ਨਾਲ ਪਵੇ, ਪਰਮਾਤਮਾ ਨਾਲ ਪਵੇ। ਹੁਣ ਮਨ ਜਿਹੜਾ ਮਾਇਆ ਦੇ ਵਿੱਚ ਇੰਨਾ ਰਮ ਚੁੱਕੀ ਹੈ ਵੀ ਇਹਨੂੰ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ। ਇਹ ਆਪਣਾ ਆਪਾ ਤਾਂ ਵਾਰ ਦਿੰਦਾ, ਗਵਾ ਦਿੰਦਾ, ਪਰ ਇਹ ਮਾਇਆ ਨੂੰ ਨਹੀਂ ਛੱਡਦਾ। ਜੀਵਨ ਤਾਂ ਸਾਰਾ ਬਰਬਾਦ ਕਰ ਦਿੰਦਾ, ਪਰ ਇਹ ਮਾਇਆ ਨੂੰ ਨਹੀਂ ਛੱਡਣਾ ਚਾਹੁੰਦਾ। ਮਹਾਰਾਜ ਫਿਰ ਉਦਾਹਰਨ ਦਿੰਦੇ ਵੀ ਜਿਵੇਂ ਮੂਰਤ ਹੈ, ਚਿੱਤਰ, ਉਹ ਇਹ ਕੰਧ ਨੂੰ ਨਹੀਂ ਛੱਡਦਾ, ਭੀਤ ਨੂੰ, ਵੀ ਉਹ ਆਪਣਾ ਆਪਾ ਵਾਰ ਤਾਂ ਦਿੰਦਾ, ਪਰ ਉਹ ਇਹ ਕੰਧ ਨੂੰ, ਦੀਵਾਰ ਨੂੰ ਛੱਡਦੀ ਨਹੀਂ। ਉਹ ਮੂਰਤ ਹੈ ਜਿਹੜੀ। ਇਹ ਇਸੇ ਤਰ੍ਹਾਂ ਹੀ ਇਹ ਸਤਿਗੁਰੂ ਕਹਿੰਦੇ ਜਿਹੜਾ ਮਨ ਇਹ ਮਾਇਆ ਦੇ ਨਾਲ ਇੰਨਾ ਰਮਿਆ ਹੋਇਆ ਵੀ ਇਹਨੂੰ ਛੱਡਣਾ ਨਹੀਂ ਚਾਹੁੰਦਾ। ਮਨ ਮਾਇਆ ਮੇ ਰਮ ਰਿਹੋ ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਭੀਤ। ਵੀ ਇਸ ਤਰ੍ਹਾਂ ਮਨ ਦਾ ਜਿਹੜਾ ਪਿਆਰ ਹੈ ਮਾਇਆ ਦੇ ਨਾਲ ਬੜਾ ਗੂੜਾ ਪਿਆ ਹੋਇਆ। ਹੁਣ ਇਹ ਮਨ ਨੇ ਤਾਂ ਇਹਦੇ ਨਾਲ ਗੂੜਾ ਪਿਆਰ ਪਾਇਆ, ਪਰ ਇਹ ਜਿਹੜੀ ਮਾਇਆ ਇਹਦੇ ਨਾਲ ਪਿਆਰ ਨਹੀਂ ਕਰਦੀ। ਇਹ ਜਿਹੜਾ ਸਾਡਾ ਪਿਆਰ ਮਾਇਆ ਦੇ ਨਾਲ ਇਹ ਇੱਕ ਤਰਫਾ ਹੈ। ਜਿਹੜਾ ਇੱਕ ਤਰਫਾ ਪਿਆਰ ਹੁੰਦਾ ਉਹ ਦੁੱਖਦਾ ਹੀ ਹੁੰਦਾ, ਉਹਦੇ ਵਿੱਚ ਦੁੱਖ ਹੀ ਦੁੱਖ ਹੁੰਦਾ, ਉਹਦੇ 'ਚ ਸੁੱਖ ਕਦੇ ਵੀ ਨਹੀਂ ਹੁੰਦਾ। ਇੱਕ ਜਣਾ ਕਿਸੇ ਨੂੰ ਪਿਆਰ ਕਰਦਾ, ਦੂਜਾ ਉਹਨੂੰ ਕਰਦਾ ਨਹੀਂ, ਅਤੇ ਉਹਦੇ ਲਈ ਦੁੱਖ ਦਾ ਕਾਰਨ ਬਣ ਜਾਣ। ਹੁਣ ਇਸੇ ਤਰ੍ਹਾਂ ਹੀ ਇਹ ਮਾਇਆ ਦੇ ਨਾਲ ਸਾਡੇ ਮਨ ਨੇ ਜਿਹੜਾ ਪਿਆਰ ਪਾਇਆ ਹੋਇਆ, ਘਨੇਰਾ ਪਾਇਆ ਹੋਇਆ, ਬਹੁਤ ਜ਼ਿਆਦਾ ਪਾਇਆ ਹੋਇਆ। ਫਿਰ ਉਹਦੇ ਵਾਸਤੇ ਸਾਨੂੰ ਉਦਾਹਰਨਾਂ ਦਿੰਦੇ ਵੀ ਜਿਵੇਂ ਪਤੰਗਾ ਹੈ, ਉਹ ਲਾਈਟ ਨਾਲ ਪਿਆਰ ਕਰਦਾ, ਦੀਵੇ 'ਤੇ ਜਾਂਦਾ, ਪਰ ਉਹ ਜਿਹੜੀ ਲਾਈਟ ਜੋਤ ਉਹਦੇ ਨਾਲ ਨਹੀਂ ਪਿਆਰ ਕਰਦੀ। ਉਹ ਉਹਦੇ 'ਤੇ ਜਾਂਦਾ ਅਤੇ ਉਹ ਉਹਦੇ ਖੰਭ ਸਾੜਦੀ, ਉਹਨੂੰ ਮਚਾ ਦਿੰਦੀ, ਉਹਦੀ ਜਾਨ ਲੈ ਲੈਂਦੀ। ਹੁਣ ਇਹ ਜਿਹੜਾ ਪਿਆਰ ਸੀ ਉਹਦਾ ਪਤੰਗੇ ਦਾ ਇੱਕ ਤਰਫਾ ਸੀ। ਪਤੰਗਾ ਤਾਂ ਸੜ ਗਿਆ ਉਹਦੇ ਵਿੱਚ, ਪਰ ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨੇ ਤਾਂ ਉਹਦੇ ਨਾਲ ਪਿਆਰ ਕੀਤਾ ਹੀ ਨਹੀਂ। ਉਹਦਾ ਤਾਂ ਕੰਮ ਹੀ ਜਲਣਾ ਸੀ, ਸਾੜਨਾ ਸੀ। ਹੁਣ ਇਸੇ ਤਰ੍ਹਾਂ ਹੀ ਮੱਛੀ ਹੈ ਵੀ ਉਹ ਪਾਣੀ ਨਾਲ ਪਿਆਰ ਕਰਦੀ, ਪਰ ਪਾਣੀ ਉਹਦੇ ਨਾਲ ਨਹੀਂ ਕਰਦਾ। ਉਹਨੂੰ ਪਾਣੀ ਤੋਂ ਬਾਹਰ ਕੱਢੋ ਮੱਛੀ ਨੂੰ, ਅਤੇ ਉਹ ਦਮ ਤੋੜ ਦਿੰਦੀ, ਅਤੇ ਉਹ ਪਾਣੀ ਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨੇ ਕਿਹੜਾ ਉਹਦੇ ਨਾਲ ਪਿਆਰ ਕੀਤਾ।
ਹੁਣ ਮਹਾਰਾਜ ਕਹਿੰਦੇ ਵੀ ਜਿਵੇਂ ਭੌਰਾ ਹੈ, ਉਹ ਫੁੱਲ ਨਾਲ ਸੁਗੰਧੀ ਨਾਲ ਪਿਆਰ ਕਰਦਾ, ਉਹਦੇ ਪਿਆਰ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਵੀ ਉਹ ਫੁੱਲ ਦੇ ਵਿੱਚ ਬੈਠਾ ਉਹਨੂੰ ਸਾਰਾ ਕੁਛ ਹੀ ਭੁੱਲ ਜਾਂਦਾ, ਅਤੇ ਉਹ ਪੰਖੜੀਆਂ ਜਦੋਂ ਬੰਦ ਹੁੰਦੀਆਂ ਉਹਦੀ ਮੌਤ ਦਾ ਕਾਰਨ ਬਣ ਜਾਂਦੀ। ਹੁਣ ਉਹਦੀ ਜਾਨ ਚਲੀ ਗਈ, ਪਰ ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨੇ ਤਾਂ ਉਹਦੇ ਨਾਲ ਪਿਆਰ ਨਹੀਂ ਕੀਤਾ, ਸਿਰਫ ਭੌਰਾ ਹੀ ਉਹਦੇ ਨਾਲ ਕਰਦਾ ਸੀ। ਹੁਣ ਇਸੇ ਤਰ੍ਹਾਂ ਹੀ ਸਾਡੇ ਮਨ ਦਾ ਇਹ ਮਾਇਆ ਦੇ ਨਾਲ ਪਿਆਰ ਪਿਆ ਹੋਇਆ। ਮਾਇਆ ਜਿਹੜੀ ਇਹ ਪਿਆਰ ਨਹੀਂ ਕਰਦੀ ਮਨ ਜਿੰਨਾ ਮਾਇਆ ਨੂੰ ਪਿਆਰ ਕਰਦਾ, ਮਾਇਆ ਓਨਾ ਹੀ ਸਾੜਦੀ ਇਹਨੂੰ, ਓਨਾ ਹੀ ਦੁੱਖ ਦਿੰਦੀ, ਇਹ ਫਿਰ ਸੜਦਾ, ਫਿਰ ਦੁਖੀ ਹੁੰਦਾ। ਇਸ ਕਰਕੇ ਮਾਇਆ ਨੂੰ ਫਿਰ ਅਗਨ ਦਾ ਨਾਂ ਦਿੱਤਾ। ਹੁਣ ਇਹ ਮਾਇਆ ਕੀ ਹੈ? ਮਾਇਆ ਦੋ ਪ੍ਰਕਾਰ ਦੀ ਹੈ। ਇੱਕ ਤਾਂ ਮਾਇਆ ਹੈ ਤ੍ਰੈ ਗੁਣ, ਜਿੱਥੇ ਵਿਚਾਰ ਚੱਲਦੇ, ਜਿਹਨੂੰ ਰਜੋ ਗੁਣ, ਤਮੋ ਗੁਣ, ਸਤੋ ਗੁਣ ਦਾ ਨਾਂ ਦਿੱਤਾ। ਮਹਾਰਾਜ ਫਰਮਾਉਂਦੇ ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇੱਕ ਤਾਂ ਇਹ ਮਾਇਆ ਜਿੱਥੇ ਵਿਚਾਰ ਚੱਲਦੇ ਫੁਰਨੇ, ਦੂਜੀ ਮਾਇਆ ਹੈ ਇਹ ਸਰੀਰ ਦ੍ਰਿਸ਼ਟਮਾਨ, ਜਿਹੜਾ ਸਾਨੂੰ ਨਜ਼ਰ ਆਉਂਦਾ, ਜੋ ਵੀ ਸਾਨੂੰ ਦਿਸਦਾ ਇਹਨਾਂ ਅੱਖਾਂ ਦੁਆਰਾ, ਉਹ ਮਾਇਆ। ਇਹ ਜਿਹੜਾ ਸਰੀਰ ਇਹ ਮਾਇਆ ਦਾ ਮੂਲ ਹੈ, ਇੱਥੋਂ ਹੀ ਮਾਇਆ ਸ਼ੁਰੂ ਹੋ ਜਾਂਦੀ। ਮਹਾਰਾਜ ਕਹਿੰਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਏ। ਹੁਣ ਮਨ ਹੈ ਜਿਹੜਾ ਇਹ ਮਾਇਆ ਦੇ ਨਾਲ ਪਿਆਰ ਪਾ ਬੈਠ, ਇਹ ਮਾਇਆ ਜਿਹੜੀ ਅਗਨ ਹੈ, ਇਹ ਅਗਨ ਦੇ ਨਾਲ ਇਹਨੇ ਪਿਆਰ ਪਾ ਲਿਆ, ਅਗਿਆਨਤਾ ਬਸ ਹੋ ਗਈ, ਇਹਦੇ ਨਾਲ ਮੋਹ ਪਾ ਲਿਆ। ਹੌੜੇ ਜਿੰਨਾ ਪਿਆਰ ਕਰਦਾ ਉਨੀ ਇਹ ਅਗਨ ਇਹਨੂੰ ਸਾੜਦੀ। ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਪਰਿਵਾਰ ਹੈ, ਕੁਟੁੰਬ, ਉਹ ਅਗਨ ਹੈ। ਫਿਰ ਅੱਗੇ ਜਿਹੜਾ ਸੰਸਾਰ, ਉਹ ਅਗਨ ਹੈ। ਮਹਾਰਾਜ ਫਰਮਾਉਂਦੇ ਅਗਨ ਕੁਟੁੰਬ, ਸਾਗਰ ਸੰਸਾਰ, ਭਰਮ ਮੋਹ ਅਗਿਆਨ ਆਧਾਰ। ਵੀ ਹੁਣੇ ਮਨ ਨੇ ਅਗਿਆਨਤਾ ਵਸ ਹੋ ਕੇ ਇਹ ਅੱਗ ਦੇ ਨਾਲ ਪਾ ਲਿਆ ਪਿਆਰ। ਹੌੜੇ ਕੁਟੁੰਬ ਜਿਹੜਾ ਇਹ ਅਗਨ, ਸਭ ਤੋਂ ਪਹਿਲਾਂ ਤਾਂ ਇਹ ਕੁਟੁੰਬ ਦੇ ਵਿੱਚ ਸੜਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਨਾ, ਵੀ ਜਿਹੜੇ ਜੀਵ ਨਹੀਂ ਸਾਧ ਸੰਗਤ ਕਰਦੇ, ਨਹੀਂ ਸਿਮਰਨ ਕਰਦੇ, ਉਹਨਾਂ ਦੇ ਕੁਟੁੰਬ ਦੇ ਵਿੱਚ ਕਿੰਨਾ ਕਲਾ ਕਲੇਸ਼, ਇੱਕ ਦੂਸਰੇ ਨਾਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ, ਅਤੇ ਜਦੋਂ ਵਿਚਾਰ ਨਹੀਂ ਮਿਲਦੇ, ਵਿਚਾਰਾਂ ਦਾ ਟਕਰਾਅ ਹੁੰਦਾ, ਫਿਰ ਉਹ ਦਿਨ ਰਾਤ ਦੁਖੀ ਹੁੰਦੀ। ਫਿਰ ਉਹ ਦੁਰਮਤ ਦੀ ਅਗਨ ਜਿਹੜੀ ਉਹਨਾਂ ਨੂੰ ਸਾੜਦੀ, ਉਹਨਾਂ ਨੂੰ ਜਾਲਦੀ। ਫਿਰ ਇੱਕ ਦੂਸਰੇ ਨੂੰ ਫਿੱਕੇ ਵਚਨ ਬੋਲਦੇ, ਫਿੱਕਾ ਮਾੜਾ ਬੋਲਦੇ। ਫਿਰ ਉਹ ਕੁਟੁੰਬ ਜਿਹਦੇ ਨਾਲ ਇਹਨੇ ਪਿਆਰ ਪਾਇਆ, ਉਹ ਕੁਟੁੰਬ ਦੇ ਵਿੱਚ ਜਲਦਾ, ਫਿਰ ਉਹਦੇ ਵਿੱਚ ਸੜਦਾ। ਫਿਰ ਅੱਗੇ ਸੰਸਾਰ ਹੈ ਜਿਹੜਾ, ਉਹ ਅਗਨ ਹੈ। ਹੁਣ ਇਹਦੇ ਨਾਲ ਇਹਨੇ ਪਿਆਰ ਪਾ ਲਿਆ, ਅਤੇ ਜਿੰਨਾ ਇਹਦੇ ਨਾਲ ਪਿਆਰ ਕਰਦਾ ਓਨਾ ਫਿਰ ਸੜਦਾ, ਫਿਰ ਜਲਦਾ, ਫਿਰ ਦੁਖੀ ਹੁੰਦਾ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਮਨ ਦਾ ਜਿਹੜਾ ਪਿਆਰ ਇਹ ਮਾਇਆ ਦੇ ਨਾਲ ਇਹ ਇੱਕ ਤਰਫਾ ਹੈ। ਜੇ ਹੁਣ ਇਸੇ ਤਰ੍ਹਾਂ ਹੀ ਇਹ ਮਾਇਆ ਨੂੰ ਪਿਆਰ ਕਰਦਾ ਰਿਹਾ, ਨਾਲੇ ਤਾਂ ਸੜਦਾ ਰਹੇਗਾ, ਜਲਦਾ ਰਹੇਗਾ, ਅਤੇ ਇੱਕ ਦਿਨ ਇਹ ਮਾਇਆ ਹੀ ਇਹਨੂੰ ਖਤਮ ਕਰ ਦੇਗੀ। ਜਿਵੇਂ ਉਹਨਾਂ ਜੀਵਾਂ ਦਾ ਪਿਆਰ ਜਿਨ੍ਹਾਂ ਦਾ ਇੱਕ ਤਰਫਾ ਸੀ, ਉਹਨਾਂ ਲਈ ਉਹ ਪਿਆਰ ਹੀ ਮੌਤ ਦਾ ਕਾਰਨ ਬਣ ਗਿਆ। ਅਤੇ ਇਸੇ ਤਰ੍ਹਾਂ ਹੀ ਸਾਡੇ ਵਾਸਤੇ ਫਿਰ ਇਹ ਮੌਤ ਦਾ ਕਾਰਨ ਮਾਇਆ, ਜਿਹਦੇ ਨਾਲ ਅਸੀਂ ਪਿਆਰ ਪਾਇਆ, ਅਤੇ ਉਹੀ ਉਹ ਸਾਡੀ ਜਾਨ ਲੈ ਲੈਂਦੀ, ਖਤਮ ਕਰ ਦਿੰਦੀ ਇੱਕ ਦਿਨ। ਮਹਾਰਾਜ ਇਸ ਵਾਸਤੇ ਸਾਨੂੰ ਫਿਰ ਸਮਝਾਉਂਦੇ ਵੀ ਇਹ ਜਿਹੜਾ ਇੱਕ ਤਰਫਾ ਪਿਆਰ, ਇਹ ਦੁੱਖਦਾਈ ਹੈ। ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਇਹਦੇ ਵਿੱਚ ਸੁੱਖ ਕਦੇ ਨਹੀਂ ਹੁੰਦਾ। ਜੇ ਹੁਣ ਅਸੀਂ ਮਾਲਕ ਨੂੰ ਪਿਆਰ ਕਰੀਏ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ, ਉਹ ਜਿਹੜਾ ਸਾਡਾ ਪਿਆਰ ਉਹ ਦੋ ਤਰਫਾ ਹੈ। ਪਰਮਾਤਮਾ ਤਾਂ ਸਾਨੂੰ ਪਿਆਰ ਕਰਦਾ ਹੀ ਹੈ, ਵਾਹਿਗੁਰੂ ਤਾਂ ਸਾਨੂੰ ਪਿਆਰ ਕਰਦਾ ਹੀ ਨਹੀਂ, ਅਤੇ ਬਿਨਾਂ ਸਵਾਰਥ ਤੋਂ ਕਰਦੇ। ਸੰਸਾਰ ਦੇ ਵਿੱਚ ਤਾਂ ਜੀਵ ਨੂੰ ਸਵਾਰਥ ਹੁੰਦਾ ਨਾ। ਜੇ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਅਸੀਂ ਤੈਨੂੰ ਪਿਆਰ ਕਰਦੇ ਹਾਂ, ਉਹਦੇ ਵਿੱਚ ਸਵਾਰਥ।
ਸੰਸਾਰ ਦੇ ਵਿੱਚ ਜੀਵ ਜਦੋਂ ਕੋਈ ਵੀ ਚਲਾ ਜਾਂਦਾ ਸੰਸਾਰ ਦੇ ਵਿੱਚੋਂ, ਉਹ ਜਾਣ ਵਾਲੇ ਨੂੰ ਨਹੀਂ ਰੋਂਦੇ। ਜਿਹੜਾ ਉਹਦੇ ਕਰਕੇ ਉਹਨਾਂ ਨੂੰ ਸੁੱਖ ਸਹੂਲਤਾਂ ਸੀ, ਉਹਨਾਂ ਕਰਕੇ ਉਹਨਾਂ ਦਾ ਕਰਮ ਚੱਲਦਾ ਸੀ, ਉਹਨੂੰ ਰੋਂਦੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਨਾ, ਜਦੋਂ ਕੋਈ ਜੀਵ ਚਲਾ ਜਾਂਦਾ ਫਿਰ ਕਹਿੰਦੇ ਵੀ ਤੇਰਾ ਪਰਿਵਾਰ ਹੁਣ ਕੀ ਕਰੂ, ਤੇਰੇ ਬੱਚੇ ਕਿਵੇਂ ਪੜ੍ਹਨਗੇ, ਤੇਰੇ ਕਰਕੇ ਹੀ ਦੱਸੀ ਸਾਰਾ। ਇਹਦਾ ਮਤਲਬ ਵੀ ਉਹਦੇ ਕਰਮ ਨੂੰ ਰੋਂਦੇ, ਕਿਉਂਕਿ ਉਹ ਤੋਂ ਉਹਨਾਂ ਨੂੰ ਆਸ ਸੀ। ਉਦੋਂ ਉਹਨਾਂ ਨੂੰ ਇਹ ਸੀ ਵੀ ਸਾਡਾ ਚੱਲ ਰਿਹਾ ਗੁਜ਼ਾਰਾ। ਹੁਣ ਜੇ ਸਾਨੂੰ ਇੰਨਾ ਭੇਦ ਹੋਵੇ ਵੀ ਚਲਾਉਣ ਵਾਲਾ ਤਾਂ ਮਾਲਕ ਹੈ, ਪਰਮੇਸ਼ਰ ਵਾਹਿਗੁਰੂ, ਉਹ ਤੋਂ ਬਿਨਾਂ ਤਾਂ ਹੋਰ ਕੋਈ ਚਲਾ ਨਹੀਂ ਸਕਦਾ। ਪਰ ਜੀਵ ਨੂੰ ਨਾ ਭੇਦ ਹੋਣ ਕਰਕੇ ਉਹਦਾ ਜਿਹੜਾ ਪਿਆਰ ਉਹ ਸਵਾਰਥੀ ਹੈ। ਤਾਈਓ ਗੁਰਬਾਣੀ ਗੁਰੂ ਵਿੱਚ ਫਿਰ ਇਸ ਸੰਸਾਰ ਦੇ ਪਿਆਰ ਨੂੰ ਝੂਠਾ ਆਖੀ ਵੀ ਇਹ ਜਿਹੜਾ ਸੰਸਾਰ ਦਾ ਪਿਆਰ, ਇਸ ਮਾਤ ਲੋਕ ਦਾ, ਇਹ ਝੂਠਾ ਹੈ, ਇਹਦੀ ਪ੍ਰੀਤ ਝੂਠੀ ਹੈ। ਇੱਥੇ ਜੀਵ ਆਪੋ ਆਪਣੇ ਸਵਾਰਥ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ, ਸੁੱਖ ਸਹੂਲਤਾਂ ਕਰਕੇ। ਆਈਆਂ ਸਤਿਗੁਰੂ ਫਰਮਾਉਂਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਪਿਆਰ ਜਿਵੇਂ ਸੰਸਾਰ ਦੇ ਵਿੱਚ ਕੋਈ ਬੱਚਾ ਬਹੁਤ ਤਰੱਕੀ ਕਰ ਜਾਵੇ, ਸੰਸਾਰੀ ਉਹਨੂੰ ਅਹੁਦਾ ਵੱਡਾ ਮਿਲ ਜੇ, ਉਹਦੀ ਵਾਹਵਾ ਆਵੋ ਭਗਤ ਹੋਣ ਲੱਗ ਜੇ, ਤੇ ਮਾਤਾ ਪਿਤਾ ਦਾ ਬੜਾ ਪਿਆਰ ਵੱਧ ਜਾਂਦਾ ਉਹਦੇ ਨਾਲ ਵੀ ਸਾਡਾ ਪੁੱਤਰ ਤਾਂ ਲਾਇਕ ਬਹੁਤ ਹੈ, ਕਿਉਂਕਿ ਉਹਦੇ ਕਰਕੇ ਸਾਡੀ ਆਓ ਭਗਤ ਹੁੰਦੀ। ਜੇ ਕਿਸੇ ਦਾ ਬੱਚਾ ਚੋਰ ਬਣ ਜੇ, ਜੇ ਉਹ ਮਾੜੀ ਸੰਗਤ 'ਚ ਚਲਾ ਜਾਵੇ, ਤੇ ਉਹ ਪਿਆਰ ਖਤਮ ਹੋ ਜਾਂਦਾ। ਫਿਰ ਮਾਤਾ ਪਿਤਾ ਕਹਿੰਦੇ ਵੀ ਇਹ ਤਾਂ ਸਾਡਾ ਪੁੱਤ ਹੀ ਨਹੀਂ ਹੈ, ਉਹਨੂੰ ਬੇਦਖਲ ਕਰ ਦਿੰਦੇ ਵੀ ਇਹਦੇ ਨਾਲ ਜਿਹੜਾ ਕੋਈ ਲੈਣ ਦੇਣ ਕਰੇਗਾ ਅਸੀਂ ਕੋਈ ਜ਼ਿੰਮੇਵਾਰ। ਉਹ ਪਿਆਰ ਖਤਮ ਹੋ ਗਿਆ। ਔਰ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦਾ ਜਿਹੜਾ ਪਿਆਰ, ਇਹ ਸਿਰਫ ਸਵਾਰਥ ਕਰਕੇ, ਵੀ ਉਹਦਾ ਕੋਈ ਆਤਮਿਕ ਤੌਰ 'ਤੇ ਅਸੀਂ ਪਿਆਰ ਨਹੀਂ ਕਰਦੇ ਇੱਕ ਦੂਜੇ ਨੂੰ, ਵੀ ਅਸੀਂ ਅੰਦਰੋਂ ਪਹਿਚਾਣਦੇ ਹਾਂ ਵੀ ਇਹ ਕੌਣ ਹੈ। ਇਹ ਤਾਂ ਸਿਰਫ ਲੋੜਾਂ ਕਰਕੇ, ਜ਼ਰੂਰਤਾਂ ਕਰਕੇ ਜੀਵ ਇੱਕ ਦੂਸਰੇ ਨਾਲ ਬੱਝੇ ਹੋਏ। ਤਾਂ ਮਹਾਰਾਜ ਇਸ ਨੂੰ ਝੂਠਾ ਕਹਿੰਦੇ। ਤਾਂ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਜੀਵ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ, ਉਹਦਾ ਨਹੀਂ, ਅੰਦਰੋਂ ਨਹੀਂ ਪਿਆਰ ਕਰਦੇ ਆਤਮਿਕ ਤੌਰ 'ਤੇ। ਹੁਣ ਜੋ ਆਪਾਂ ਨੂੰ ਸਤਿਗੁਰੂ ਕਹਿ ਰਹੇ ਵੀ ਜਿਹੜਾ ਪਿਆਰ ਸਾਡਾ ਮਾਲਕ ਦੇ ਨਾਲ ਹੈ, ਪਰਮਾਤਮਾ ਦੇ ਨਾਲ ਪੈਣਾ। ਹੁਣ ਮਾਲਕ ਦਾ ਸਾਨੂੰ ਪਿਆਰ ਕਰਦਾ ਹੀ ਹੈ, ਤੇ ਬਿਨਾਂ ਸਵਾਰਥ ਤੋਂ ਕਰਦਾ। ਉਹਨੇ ਕਿਹੜਾ ਆਪਾਂ ਤੋਂ ਕੁਛ ਲੈਣਾ ਹੈ, ਜਾਂ ਉਹਨੂੰ ਆਪਾਂ ਕੀ ਦੇ ਸਕਦੇ ਹਾਂ, ਉਹ ਤਾਂ ਆਪ ਦੇਣਹਾਰ ਹੈ। ਉਹ ਤਾਂ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ, ਤੇ ਸਭਨਾਂ ਨੂੰ ਦਾਤਾਂ ਦਿੰਦਾ, ਤੇ ਅਸੀਂ ਉਹਦੇ ਬੱਚੇ ਹਾਂ, ਤੇ ਉਹਨੂੰ ਆਪਾਂ ਕੁਝ ਨਹੀਂ ਦੇ ਸਕਦੇ। ਤੇ ਇਸ ਕਰਕੇ ਉਹ ਸਾਨੂੰ ਪਿਆਰ ਕਰਦਾ, ਬਿਨਾਂ ਸਵਾਰਥ ਤੋਂ ਕਰਦਾ। ਤੇ ਪਿਆਰ ਵੀ ਇੰਨਾ ਕਰਦਾ ਵੀ ਸੰਸਾਰ 'ਚ ਕੋਈ ਕਿਸੇ ਨੂੰ ਹੋਰ ਕਰ ਨਹੀਂ ਸਕਦਾ। ਚਾਹੇ ਸੰਸਾਰੀ ਆਪਣੇ ਮਾਂ ਪਿਓ ਨੇ, ਚਾਹੇ ਸਾਡੇ ਧੀਆਂ ਪੁੱਤਰ ਨੇ, ਚਾਹੇ ਸਾਡੇ ਭੈਣ ਭਰਾ ਨੇ, ਚਾਹੇ ਸਾਡੇ ਦੋਸਤ ਮਿੱਤਰ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਕੋਈ ਕਿਸੇ ਨੂੰ ਇੰਨਾ ਪਿਆਰ ਨਹੀਂ ਕਰਦਾ ਵੀ ਜਿੰਨਾ ਮਾਲਕ ਆ ਵਾਹਿਗੁਰੂ ਤੂੰ ਸਾਨੂੰ ਕਰਦਾ। ਮਹਾਰਾਜ ਫਰਮਾਉਂਦੇ, ਗਸਾਈ ਮਹਿੰਡਾ ਈਠੜਾ, ਅੰਬੇ ਥਾਮੋਂ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਈ ਜੀ। ਬਈ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ ਵੀ ਜਿਹੜਾ ਸਾਨੂੰ ਇੰਨਾ ਪਿਆਰ ਕਰੇ, ਤੇ ਬਿਨਾਂ ਸਵਾਰਥ ਤੋਂ ਕਰੇ, ਤੇ ਜਿਹੜਾ ਸਾਡੇ ਕੋਈ ਔਗਣ ਨਾ ਦੇਖੇ, ਸਾਡੀ ਔਗਣ ਨਾ ਚਿਤਾਰੇ। ਹੁਣ ਸੰਸਾਰੀ ਜੀਵ ਤਾਂ ਔਗਣ ਦੇਖਦਾ ਨਾ, ਤਾਂ ਉਹਦੇ ਔਗਣ ਦੇਖ ਕੇ ਫਰੋਲਦਾ, ਤੇ ਮਾਲਕ ਕਿਸੇ ਦੇ ਔਗਣ ਨਹੀਂ ਦੇਖਦਾ। ਉਹ ਕਿਸੇ ਦੇ ਔਗਣ ਚਿਤਾਰਦਾ ਨਹੀਂ। ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆ ਜਾਂਦੇ, ਉਹ ਸਾਡੇ ਸਾਰੀ ਔਗਣ ਮਾਫ ਕਰ ਦਿੰਦਾ, ਬਖਸ਼ ਦਿੰਦਾ। ਉਹ ਇੰਨਾ ਦਿਆਲੂ ਕਿਰਪਾਲੂ ਹੈ ਵੀ ਮੇਰੇ ਬੱਚੇ ਸੰਗਤ 'ਚ ਆ ਗਏ ਨੇ, ਤੇ ਉਹ ਸਾਰੀ ਸਾਡੇ ਔਗਣ ਮਾਫ ਕਰਕੇ ਬਖਸ਼ ਕੇ ਸਾਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ।
ਇਹ ਸਤ ਸੰਗਤ ਦੀ ਮਹਾਰਾਜ ਕਹਿੰਦੇ ਵਡਿਆਈ ਹੈ। ਫਰਮਾਉਂਦੇ ਨੇ ਮੁਕਤ ਭਏ ਕਰ ਸਾਧ ਸੰਗਤ, ਤਿੰਨ ਕੇ ਔਗਣ ਸਭ ਪਰ ਹਰਿਆ। ਤਿੰਨ ਕੋ ਦੇਖ ਭਏ ਹੈ ਕਿਰਪਾਲਾ, ਤਿੰਨ ਭਵ ਸਾਗਰ ਤਰਿਆ। ਵੀ ਮਾਲਕ ਇੰਨਾ ਦਿਆਲੂ ਕਿਰਪਾਲੂ ਹੈ, ਇਹ ਇੰਨਾ ਸਾਨੂੰ ਪਿਆਰ ਕਰਦੇ ਵੀ ਉਹ ਸਾਡੇ ਔਗਣ ਦੇਖਦਾ ਹੀ ਨਹੀਂ, ਚਿਤਾਰਦਾ ਹੀ ਨਹੀਂ। ਸੋ ਇਸ ਵਾਸਤੇ ਫਿਰ ਜਦੋਂ ਅਸੀਂ ਮਾਲਕ ਨੂੰ ਪਿਆਰ ਕਰਾਂਗੇ, ਉਹ ਪਿਆਰ ਦੋ ਤਰਫਾ ਹੈ। ਵੀ ਮਾਲਕ ਤਾਂ ਸਾਨੂੰ ਕਰਦਾ ਹੀ ਹੈ। ਹੁਣ ਮਾਲਕ ਸਾਨੂੰ ਪਿਆਰ ਕਰਦੇ ਤੇ ਅਸੀਂ ਕਿਹਨੂੰ ਪਿਆਰ ਕਰਦੇ ਹਾਂ? ਅਸੀਂ ਮਾਇਆ ਨੂੰ ਕਰਦੇ, ਮਾਇਆ ਸਾਨੂੰ ਨਹੀਂ ਕਰਦੀ। ਜਿਹੜਾ ਆਪਾਂ ਨੂੰ ਪਿਆਰ ਕਰਦਾ ਅਸੀਂ ਉਹਨੂੰ ਪਿਆਰ ਨਹੀਂ ਕਰਦੇ, ਮਾਲਕ ਨੂੰ। ਤੇ ਜਿਹੜਾ ਸਾਨੂੰ ਨਹੀਂ ਕਰਦਾ ਅਸੀਂ ਉਹਦੇ ਪਿੱਛੇ ਭੱਜਦੇ। ਔਰ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਤੁਸੀਂ ਮਾਲਕ ਪਰਮਾਤਮਾ ਨਿਰੰਕਾਰ ਵਾਹਿਗੁਰੂ, ਤੁਸੀਂ ਉਹਦੇ ਸਨਮੁਖ ਹੋਵੋ, ਤੁਸੀਂ ਉਹਦੇ ਨਾਲ ਪਿਆਰ ਪਾਓ। ਜਦੋਂ ਅਸੀਂ ਉਹਦੇ ਨਾਲ ਪਿਆਰ ਪਾਵਾਂਗੇ, ਉਹਦੇ ਸਨਮੁਖ ਹੋਵਾਂਗੇ, ਮਾਲਕ ਦਾ ਸਾਨੂੰ ਪਿਆਰ ਕਰਦਾ ਹੀ ਹੈ, ਫਿਰ ਉਹ ਸਾਡੇ ਮਨ ਨੂੰ ਮੋਹ ਲੈਂਦੇ। ਜਿਵੇਂ ਹੁਣ ਮਾਇਆ ਜਿਹੜੀ, ਇਹ ਮਾਇਆ ਪਹਿਲਾਂ ਸਾਡੇ ਮਨ ਨੂੰ ਮੋਹਦੀ। ਮਾਇਆ ਨੂੰ ਅਸੀਂ ਦੇਖ ਦੇਖ ਕੇ ਮੋਹੇ ਜਾਂਦੇ ਹਾਂ ਨਾ। ਵੀ ਸੰਸਾਰ 'ਚ ਜਦੋਂ ਆਪਾਂ ਸੰਸਾਰ ਦੇ ਰੰਗ ਤਮਾਸ਼ੇ ਦੇਖਦੇ ਹਾਂ, ਇਹ ਮਾਇਆ ਦੇ ਰੰਗ ਦੇਖਦੇ ਹਾਂ, ਮਾਇਆ ਸਾਡੇ ਮਨ ਨੂੰ ਮੋਹ ਲੈਂਦੀ, ਖਿੱਚ ਲੈਂਦੀ ਆਪਦੇ ਵੱਲ ਨੂੰ। ਫਿਰ ਜਿਹਦੇ ਵੱਲ ਨੂੰ ਜੀਵ ਖਿੱਚਿਆ ਜਾਂਦਾ, ਫਿਰ ਉਹ ਉਹਦੇ ਗੁਣ ਗਾਉਂਦਾ। ਮਨਮੁਖ ਜਿਹੜਾ ਉਹ ਮਾਇਆ ਦੀ ਸੋਭਾ ਕਰਦਾ, ਮਾਇਆ ਦੇ ਸੋਹਲੇ ਗਾਉਂਦਾ, ਪਰਮਾਤਮਾ ਦੀ ਨਹੀਂ ਕਰਦਾ। ਉਹਨੇ ਮਾਇਆ ਦੀ ਵਡਿਆਈ ਕਰਨੀ, ਕਿਉਂਕਿ ਉਹਦਾ ਜਿਹੜਾ ਮਨ ਉਹ ਮਾਇਆ ਨੇ ਮੋਹਿਆ ਹੋਇਆ, ਮਾਇਆ ਨੇ ਜਿੱਤਿਆ ਹੋਇਆ। ਤੇ ਜਿਹੜੇ ਗੁਰਮੁਖ ਫਿਰ ਉਹਨਾਂ ਦਾ ਮਨ ਜਿਹੜਾ ਉਹ ਮਾਲਕ ਮੋਹ ਲੈਂਦਾ। ਤਾਂਹੀਓ ਉਹਨੂੰ ਮੋਹਣ ਆਖਿਆ ਵੀ ਜਿਹੜਾ ਸਾਡੇ ਮਨ ਨੂੰ ਮੋਹ ਲਵੇ। ਮਹਾਰਾਜ ਫਰਮਾਉਂਦੇ ਮੋਹਣ ਮੋਹ ਲਿਆ ਮਨ ਮੇਰਾ। ਵੀ ਇੱਕ ਤਾਂ ਮੋਹਣ ਪਰਮਾਤਮਾ ਜਿਹੜਾ ਮਨ ਨੂੰ ਮੋਹ ਲੈਂਦਾ, ਤੇ ਇੱਕ ਮਾਇਆ, ਇਹਨੂੰ ਵੀ ਮੋਹਣੀ ਆਖੀ, ਇਹ ਵੀ ਮਨ ਨੂੰ ਮੋਹ ਲੈਂਦੀ। ਹੁਣ ਇਸ ਵਾਸਤੇ ਸਤਿਗੁਰੂ ਕਹਿੰਦੇ ਵੀ ਇਹ ਜਿਹੜੀ ਮਾਇਆ, ਇਹ ਮੋਹਣੀ ਨੇ, ਇਹਨੇ ਸਾਰੇ ਜਗਤ ਨੂੰ ਹੀ ਮੋਹਿਆ ਹੋਇਆ। ਵੀ ਇਹ ਮਾਇਆ ਨੂੰ ਸਰਪਣੀ ਵੀ ਕਹਿੰਦੇ, ਇਹਨੂੰ ਮੋਹਣੀ ਵੀ ਕਹਿੰਦੇ। ਵੀ ਜਿਹੜੀ ਬਿਨਾਂ ਦੰਦਾਂ ਤੋਂ ਹੀ ਸਭ ਨੂੰ ਖਾਈ ਜਾਂਦੀ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਦਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੇ ਸੱਚ ਨਾਮ ਚਿੱਤ ਲਾਇਆ। ਵੀ ਇਹ ਜਿਹੜੀ ਮਾਇਆ ਮੋਹਣੀ ਮਨਮੁਖਾਂ ਨੂੰ ਤਾਂ ਖਾ ਜਾਂਦੀ, ਬਿਨਾਂ ਦੰਦਾਂ ਤੋਂ ਹੀ ਖਾ ਜਾਂਦੀ। ਜਿਹੜੇ ਗੁਰਮੁਖ ਜਿਨ੍ਹਾਂ ਨੇ ਸੱਚ ਤੇ ਨਾਮ ਦੇ ਨਾਲ ਚਿੱਤ ਲਾ ਲਿਆ, ਉਹ ਇਹ ਤੋਂ ਉੱਪਰ ਉੱਠ ਜਾਂਦੇ, ਉਹਨਾਂ ਨੂੰ ਨਹੀਂ ਖਾ ਸਕਦੀ। ਉਹ ਫਿਰ ਜਿਹੜੇ ਗੁਰਮੁਖ ਉਹ ਇਹ ਸਰਪਣੀ ਨੂੰ ਖਾ ਜਾਂਦੇ, ਮਾਇਆ ਨੂੰ ਖਾ ਜਾਂਦੇ। ਜਿਹੜੀ ਮਾਇਆ ਉਹ ਮਨਮੁਖਾਂ ਨੂੰ ਖਾ ਗਈ, ਨਾਗਣੀ ਸਰਪਣੀ। ਤੇ ਜਿਹੜੇ ਗੁਰਮੁਖ ਉਹਨਾਂ ਨੂੰ ਤਾਂਹੀਓ ਜੋਗੀ ਕਹਿੰਦੇ ਵੀ ਉਹ ਸਰਪਣੀ ਨੂੰ ਵੱਸ 'ਚ ਕਰ ਲੈਂਦੇ। ਮਹਾਰਾਜ ਇਸ ਲਈ ਕਹਿੰਦੇ ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਵੀ ਤੁਸੀਂ ਸਪਣੀ ਸਪਣੀ ਮਾਇਆ ਮਾਇਆ ਕੀ ਕਰਦੇ ਹੋ? ਜਿਨ੍ਹਾਂ ਨੇ ਸੱਚ ਦੀ ਪਹਿਚਾਣ ਕਰ ਲਈ, ਉਹ ਮਾਇਆ ਨੂੰ ਨਿਗਲ ਕੇ ਮਾਇਆ ਨੂੰ ਖਾ ਗਈ। ਉਹਨਾਂ ਨੇ ਮਾਇਆ ਨੂੰ ਕੱਟ ਕੇ ਪਰਾਂ ਸੁੱਟ ਦਿੱਤਾ। ਸਰਪਣੀ ਸੀ ਜਿਹੜੀ, ਉਹਨੂੰ ਕੱਟ ਵੱਢ ਕੇ ਪਰੇ ਮਾਰੇ। ਮਹਾਰਾਜ ਇਸ ਲਈ ਕਹਿੰਦੇ ਬਈ ਉਹਨੂੰ ਕਿਵੇਂ ਕੱਟ ਦਿੱਤਾ? ਕਹਿੰਦੇ ਕਾਨੋਂ ਕਾਟੀ ਨਾਕੋ ਕਾਟੀ, ਕਾਟ ਕੂਟ ਕੇ ਡਾਰੀ। ਕਹਿਤ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਵੀ ਜਿਹੜੇ ਤਾਂ ਸੰਤ ਨੇ ਉਹਨਾਂ ਨੂੰ ਤਾਂ ਪਤਾ ਵੀ ਇਹ ਸਾਡੀ ਵੈਰਨ ਨੇ, ਤੇ ਜਿਹੜੇ ਤਰਲੋਕੀ 'ਚ ਜੀਵ ਵੱਸਦੇ ਤਿੰਨਾਂ ਲੋਕਾਂ ਦੇ ਵਿੱਚ, ਉਹਨਾਂ ਨੂੰ ਇਹ ਮਾਇਆ ਬੜੀ ਪਿਆਰੀ ਲੱਗਦੀ। ਉਹਨਾਂ ਦੇ ਮਨਾਂ ਦਾ ਜਿਹੜਾ ਇਹਦੇ ਨਾਲ ਬੜਾ ਘਨੇਰਾ ਨੇਹ ਪਾਇਆ ਹੋਇਆ, ਉਹਨਾਂ ਨੇ ਬੜਾ ਪਿਆਰ ਪਾਇਆ ਹੋਇਆ ਇਹਨਾਂ ਦੇ ਨਾਲ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸਰਪਣੀ ਜਿਹੜੀ, ਜਿਹੜਾ ਵੀ ਇਹਦੀ ਪੂਜਾ ਕਰਦਾ, ਜਿਹੜਾ ਇਹਦੀ ਸੇਵਾ ਕਰਦਾ, ਇਹ ਉਹ ਨਹੀਂ ਖਾ ਜਾਂਦੀ।
ਤਾਈਓ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਜਿਹੜਾ ਇਹਦੀ ਪੂਜਾ ਕਰੇਗਾ ਉਹਨੂੰ ਨਿਗਲ ਜੇਗੀ। ਜਿਵੇਂ ਸਰਪਣੀ ਆਪਦੇ ਬੱਚਿਆਂ ਨੂੰ ਖਾ ਜਾਂਦੀ, ਇਸੇ ਤਰ੍ਹਾਂ ਹੀ ਇਹ ਸਰਪਣੀ ਸਾਡੇ ਮਨਾਂ ਨੂੰ ਖਾ ਜਾਂਦੀ। ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਵੀ ਜਿਹੜੇ ਇਹਦੀ ਸੇਵਾ ਕਰਦੇ ਉਹਨਾਂ ਨੂੰ ਖਾ ਜਾਂਦੀ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ, ਇਸकी सेवा जो करे तिसी को फिर खाई। भी ये माया नागणी है सरपणी ਜਿਹੜੇ ਇਹਦੀ ਸੇਵਾ ਕਰਦੇ ਮਾਇਆ ਦੀ ਉਹਨਾਂ ਨੂੰ ਖਾ ਜਾਂਦੀ, ਉਹਨਾਂ ਨੂੰ ਨਿਕਲ ਜਾਂਦੀ। ਹੁਣ ਇਹ ਮਾਇਆ ਦੀ ਪੂਜਾ ਕਿਵੇਂ ਹੁੰਦੀ? ਜਿਵੇਂ ਆਪਣੇ ਤਾਂ ਸੰਸਾਰ 'ਚ ਗਏ ਲక్ష్ਮੀ ਪੂਜਾ। ਲక్ష్ਮੀ ਕੀ ਹੈ? ਮਾਇਆ। ਤੇ ਪੂਜਾ ਕਿਹਦੀ? ਮਾਇਆ ਦੀ ਪੂਜਾ। ਹੁਣ ਇਹ ਮਾਇਆ ਦੀ ਪੂਜਾ ਕਿਵੇਂ ਹੁੰਦੀ? ਜੋ ਵੀ ਮਾਲਕ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਨਿਰੰਕਾਰ ਨੂੰ ਛੱਡ ਕੇ ਜੀਵੇ ਆਕਾਰਾਂ ਦੀ ਪੂਜਾ ਕਰਦਾ। ਜਿਵੇਂ ਕੋਈ ਪੱਥਰ ਦੀ ਪੂਜਾ ਕਰਦਾ, ਮੂਰਤੀ ਦੀ ਪੂਜਾ ਕਰਦਾ। ਮੂਰਤੀ ਚਾਹੇ ਪੱਥਰ ਦੀ ਹੋਵੇ, ਚਾਹੇ ਕਾਗਜ਼ ਦੀ ਹੋਵੇ, ਚਾਹੇ ਉਹ ਮੂਰਤੀ ਲੱਕੜ ਦੀ ਹੋਵੇ, ਹੈ ਉਹ ਮਾਇਆ ਹੀ। ਕੋਈ ਦਰਖਤਾਂ ਦੀ ਪੂਜਾ ਕਰਦਾ, ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮਰਿਆਂ ਦੀ ਪੂਜਾ ਕਰਦਾ, ਮਰਿਆਂ ਦੇ ਸ਼ਰਾਧ ਕਰਦਾ, ਉਹਨਾਂ ਨੂੰ ਮਨਾਉਂਦਾ। ਕੋਈ ਸਤਿਗੁਰੂ ਕਹਿੰਦੇ ਪਸ਼ੂਆਂ ਦੀ ਪੂਜਾ ਕਰਦਾ। ਇਹ ਸਾਰਾ ਮਹਾਰਾਜ ਕਹਿੰਦੇ ਵੀ ਕੂੜ ਕਰਿਆ, ਇਹ ਸਾਰੀ ਮਾਇਆ ਦੀ ਪੂਜਾ ਹੈ, ਦੂਜੇ ਦੀ। ਆਈਆਂ ਸਾਨੂੰ ਰੋਜ਼ ਸਮਝਾਉਂਦੇ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਕੂੜ ਕਿਰਿਆ ਮੈਂ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵੀ ਜੋ ਨਿਰੰਕਾਰ ਵਾਹਿਗੁਰੂ ਵੀ ਉਹਦਾ ਭੇਦ ਨਹੀਂ ਲਿਆ ਇਹਨਾਂ ਜੀਵਾਂ ਨੇ, ਤਾਂ ਮਾਇਆ ਦੀ ਪੂਜਾ 'ਤੇ ਲੱਗੀ ਹੋਈ। ਹੁਣ ਸਾਨੂੰ ਕਹਿੰਦੇ ਵੀ ਜੇ ਅਸੀਂ ਮਾਇਆ ਦੀ ਪੂਜਾ ਕਰਾਂਗੇ, ਸਰਪਣੀ ਸਾਨੂੰ ਖਾ ਜੇਗੀ, ਨਿਕਲ ਜੇਗੀ। ਜਿਹੜਾ ਇਹਦੀ ਸੇਵਾ ਕਰਦਾ, ਜਿਹੜਾ ਇਹਦੀ ਪੂਜਾ ਕਰਦਾ, ਉਹਨਾਂ ਨੂੰ ਖਾ ਜਾਂਦੀ ਹੈ। ਹੁਣ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪੂਜਾ ਅਸੀਂ ਕਿਹਦੀ ਕਰਨੀ ਅਤੇ ਪੂਜਾ ਹੁੰਦੀ ਕਿਵੇਂ। ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਤਾਂ ਪੂਜਾ ਹੋ ਨਹੀਂ ਸਕਦੀ, ਬਿਨ ਨਾਮੇ ਪੂਜ ਨਾ ਹੋਈ। ਫਿਰ ਪੂਜਾ ਕੀ ਹੈ? ਕਹਿੰਦੇ ਪੂਜਾ ਕਰੋ ਨਾਮ 'ਤੇ ਆਵੋ, ਪਰਮਾਤਮਾ ਦਾ ਨਾਮ 'ਤੇ ਆਵੋ, ਸਿਮਰਨ ਕਰੋ। ਇਹ ਪੂਜਾ ਹੈ, ਇਹ ਸੇਵਾ ਹੈ ਪਰਮਾਤਮਾ ਦੀ। ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ, ਫਿਰ ਉਹਦਾ ਸਿਮਰਨ ਕਰਨ ਦੇ ਨਾਲ ਸਾਨੂੰ ਗਿਆਨ ਹੋਣਾ, ਸਾਨੂੰ ਸੋਝੀ ਆਉਣੀ। ਫਿਰ ਅਸੀਂ ਇਹ ਕੂੜ ਕਿਰਿਆ ਨੂੰ ਛੱਡਣਾ, ਫਿਰ ਅਸੀਂ ਮਾਲਕ ਨਿਰੰਕਾਰ ਦੇ ਨਾਲ ਜੁੜਨਾ, ਪਰਮਾਤਮਾ ਦੇ ਨਾਲ ਜੁੜਨਾ। ਹੁਣ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਅਭਿਆਸ ਕਰੋ। ਜਦੋਂ ਅਸੀਂ ਅਭਿਆਸ ਕਰਾਂਗੇ, ਜਿਉਂ-ਜਿਉਂ ਅਭਿਆਸ ਕਰਦੇ ਜਾਵਾਂਗੇ, ਇੱਧਰ ਮਾਇਆ ਨੇ ਜਿਹਨੇ ਸਾਡੇ ਮਨ ਨੂੰ ਫੜਿਆ ਹੋਇਆ, ਜਿਹੜੀ ਮਾਇਆ ਦੇ ਨਾਲ ਸਾਡੇ ਮਨ ਦਾ ਬੜਾ ਪਿਆਰ ਪਿਆ ਹੋਇਆ, ਅਤੇ ਇਹ ਜਿਹੜੀ ਪਕੜ ਇਹ ਛੁੱਟਣੀ ਸ਼ੁਰੂ ਹੋ ਜਾਂਦੀ। ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਜਾਵਾਂਗੇ, ਮਾਇਆ ਦੀ ਪਕੜ ਛੁੱਟਦੀ ਜਾਏਗੀ, ਅਤੇ ਜਿਉਂ-ਜਿਉਂ ਹੋਰ ਅਭਿਆਸ ਵਧਾਉਂਦੇ ਜਾਵਾਂਗੇ, ਸਾਡੀ ਇੱਥੋਂ ਖਲਾਸੀ ਹੋ ਜਾਏਗੀ। ਫਿਰ ਜਦੋਂ ਇਹ ਮਾਇਆ ਦੇ ਨਾਲੋਂ ਸਾਡਾ ਪਿਆਰ ਟੁੱਟ ਜਾਏਗਾ, ਅਤੇ ਫਿਰ ਸਾਡਾ ਪਿਆਰ ਕਿਹਦੇ ਨਾਲ ਪਏਗਾ? ਮਾਲਕ ਦੇ ਨਾਲ, ਪਰਮਾਤਮਾ ਵਾਹਿਗੁਰੂ ਦੇ ਨਾਲ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਿਆਰ ਸਾਡਾ ਫੇਰ ਹੀ ਪੈਣਾ। ਜਿਵੇਂ ਹੁਣ ਪਹਿਲਾਂ ਆਪਣਾ ਸੰਸਾਰ ਦੇ ਨਾਲ ਪਿਆਰ ਹੋਣ ਕਰਕੇ ਅਸੀਂ ਸੰਸਾਰ ਦੇ ਰੰਗ ਤਮਾਸ਼ੇ ਤਾਂ ਦੇਖੀ ਜਾਂਦੇ, ਪਰ ਜਦੋਂ ਸੰਗਤ ਕਰਨੀ ਹੋਵੇ, ਸਾਡਾ ਮਨ ਆਲਸ ਕਰਦਾ ਵੀ ਅੱਜ ਰਹਿਣ ਹੀ ਦਿੰਦੇ, ਕੋਈ ਨਹੀਂ ਕੱਲ੍ਹ ਨੂੰ ਸੀ। ਜੇ ਸਿਮਰਨ ਕਰਨਾ ਹੋਵੇ ਵੀ ਕੋਈ ਨਹੀਂ ਹੁਣ ਨਹੀਂ, ਫੇਰ ਕਰ ਲਾਂਗੇ। ਇਹ ਫਿਰ ਇਹਦਾ ਮਤਲਬ ਵੀ ਸਾਡਾ ਹਜੇ ਪਿਆਰ ਨਹੀਂ। ਸਾਡਾ ਪਿਆਰ ਜਿਹੜਾ ਮਾਇਆ ਦੇ ਨਾਲ ਹੈ, ਸੰਸਾਰ ਦੇ ਨਾਲ, ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਨੂੰ ਅਸੀਂ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਜਿਵੇਂ ਸੰਸਾਰ 'ਚ ਵੀ ਆਪਾਂ ਦੇਖ ਲਈਏ ਵੀ ਜਿਹਦੇ ਨਾਲ ਸਾਡਾ ਪਿਆਰ ਹੈ, ਅਸੀਂ ਉਹਨੂੰ ਜ਼ਿਆਦਾ ਆਦਰ ਦਿੰਦੇ, ਉਹਨੂੰ ਆਪਾਂ ਜ਼ਿਆਦਾ ਮਾਣ ਦਿੰਦੇ ਹਾਂ ਅਤੇ ਉਹਨੂੰ ਜ਼ਿਆਦਾ ਅਹਿਮੀਅਤ ਦਿੰਦੇ। ਹੁਣ ਜੇ ਅਸੀਂ ਸੰਗਤ ਨੂੰ ਅਹਿਮੀਅਤ ਨਹੀਂ ਦਿੰਦੇ, ਸਿਮਰਨ ਨੂੰ ਅਹਿਮੀਅਤ ਨਹੀਂ ਦਿੰਦੇ, ਇਹਦਾ ਮਤਲਬ ਸਾਡਾ
इधर प्यार नहीं, साडा माया दे नाल ज़्यादा प्यार, संसार दे नाल ज़्यादा प्यार होने करके असीं उहनूं ज़्यादा अहमियत दिंदे हां भी आह कर लीए, कोई नहीं ये तो बाद चों कर लांगे। सो इस वास्ते फिर ज्यों-ज्यों असीं सिमरन करांगे फिर उधरों साडा संसार वालियों झुकाअ घटेगा ते इधर नूं साडा प्यार पएगा। फिर संगत दे विच आउण वास्ते साडे अंदर खिच पैदा हो जाती। जदों प्यार होएगा तो साडे अंदर खिच होएगी, तड़फ होएगी भी असीं चलीए। जे प्यार नहीं, खिच नहीं तो फिर जी वालस करत। हुण इस वास्ते आपां नूं फिर समझाउंदे भी खिच तां पैणी जदों असीं लगातार अभ्यास करांगे, लगातार संगत करांगे। एक बार तो सानूं पहलां करना पैंदा, फिर जदों असीं लगातार करदे फिर साडा प्यार जिहड़ा वो संगत दे नाल पै जांदा। जदों मालक साडे ते प्रसन्न हुंदे फिर साडा ये प्यार पै जांदा। महाराज कहंदे जय ठाकर प्रसन्न पइओ सत संगत ते प्यार। फिर जदों अपना प्यार पै गया तो प्यार दे विच तां फिर जीव खिच्चिया भज्जिया आउंदा। सो इस करके फिर ये सारा जिहड़ा खेल है प्यार दा है। ते ताइयों आपां नूं गुरु गोबिंद सिंह जी महाराज रोज़ समझाउंदे भी जे तुसीं मालक नूं मिलना चाहुंदे, आपदे जीवन दा लाहा खट्टना चाहुंदे हो, फिर आपां नूं की कहंदे साज कहूँ सुन लिहो सबे, जिन प्रेम कीओ तिन ही प्रभ पायो। भी जिन्हां ने प्यार कीता उन्हां ने ही मालक नाल मिलाप कीता। हौड़े साडे हिरदे विच प्यार प्रगट हो जे ते उहदे वास्ते हुण प्यार उत्थे प्रगट हुंदा जिहड़ा हिरदा शुद्ध हुंदा। जिथे हुण साडे प्यार प्रगट होना जे उथे अंदर दुबदा है, उथे अंदर वैर विरोध है, उथे ईरखा नफरत बैठी, उथे साडे अंदर निंदिया चुगली वो वसी हुई है, फिर उथे प्यार प्रगट नहीं हुंदा। तां करके फिर आपां नूं समझाउंदे भी पहिलां आपदा हिरदा शुद्ध कर, भी ये जिहड़ी मैल लगी हुई है मैल नूं लावो। ते मैल नूं लाउण वास्ते फिर आपां नूं कहंदे सिमरन कर। जिउं-जिउं हुण आपां ये अभ्यास करांगे ते उहते साडा मन धोता जा। जदों साडा मन धोता गया, शुद्ध हो गया, तो फिर प्यार की मूरत साडे जिहड़े मन का सुभाਅ असल दे विच वो प्यार वाला है। असल सुभाਅ साडे मन का वो वैरागी है। जो महाराज फरमाउंदे मन का सुभाअ सदा वैरागी, भी मन का जिहड़ा सुभाਅ असल दे विच वो तां वैराग वाला, प्यार वाला, क्योंकि परमात्मा का बच्चा अकाल पुरख जिहदे हुण असीं बच्चे हाँ। मालक आप प्रेम का सोमा है ते असीं उहदे बच्चे हाँ, तो साडे विच भी तो उहदी अंश ही होएगी ना। असीं मालक दी अंश हाँ परमात्मा दी। जे वो प्यार का सागर है तो आपां भी प्यार की मूरत हाँ। पर साडा सुभाअ जिहड़ा वो तां बदल गया क्योंकि उत्ते मैल चढ़ गई। इस करके साडा असल सुभाअ जिहड़ा वो प्रगट नहीं हुंदा। हुण तां फिर आपां नूं समझाउंदे भी पहिलां ये मन दी मैल लावो ते लाउण वास्ते की करिए, कहंदे सिमरन कर। आओ हुण किवें असीं मन नूं धोणा अपने नूं, ਉਹਦੇ वास्ते सतगुरु जो आपां नूं फिर इस सिमरन अभ्यास करन नूं कह रहे। आओ सारे गुरमुख प्यारे करो जी शुरू। वाहे गुरु 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 वाहे
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਨਿਰੰਤਰ ਲਗਾਤਾਰ ਅਭਿਆਸ ਕਰਦੇ ਹਾਂ, ਫਿਰ ਆਪਣਾ ਜਿਹੜਾ ਮਨ ਹੈ ਇਹ ਧੋਤਾ ਜਾਂਦਾ, ਇਹ ਸ਼ੁੱਧ ਹੁੰਦਾ, ਅਤੇ ਨਾਲ ਨਾਲ ਆਪਾਂ ਨੂੰ ਫਿਰ ਗਿਆਨ ਦਿੰਦੇ, ਸੋਝੀ ਦਿੰਦੇ ਵੀ ਜਦੋਂ ਅਸੀਂ ਸਿਮਰਨ ਕਰਾਂਗੇ ਜਾਂ ਜਦੋਂ ਆਪਾਂ ਸੰਗਤ ਕਰਦੇ ਹਾਂ ਵੀ ਸਾਡੇ ਮਨ ਦਾ ਇਸ਼ਨਾਨ ਹੋ ਜਾਂਦਾ, ਸਾਡਾ ਮਨ ਧੋਤਾ ਜਾਂਦਾ। ਪਰ ਗਿਆਨ ਦੀ ਸਾਨੂੰ ਲੋੜ ਇਸ ਵਾਸਤੇ ਵੀ ਫਿਰ ਨਾ ਸਾਡਾ ਮਨ ਲਿਬੜ ਜੇ, ਫਿਰ ਨਾ ਸਾਡੇ ਮਨ ਦੇ ਉੱਤੇ ਮੈਲ ਚੜ੍ਹ ਜੇ। ਇਸ ਵਾਸਤੇ ਗਿਆਨ ਦਾ ਆਸਰਾ ਲੈ ਕੇ ਚੱਲ। ਇਹ ਗਿਆਨ ਨੂੰ ਰਤਨ ਕਹਿੰਦੇ। ਜੇ ਸਾਨੂੰ ਰਤਨ ਹੋਏਗਾ ਗਿਆਨ ਦੁਆਰਾ, ਅਸੀਂ ਮਨ ਨੂੰ ਮਾਂਜ ਦਾਂਗੇ। ਜੇ ਮਾਂਜਾਂਗੇ ਤਾਂ ਫਿਰ ਮੈਲਾ ਨਹੀਂ ਹੁੰਦਾ। ਮਹਾਰਾਜ ਫਰਮਾਉਂਦੇ, ਗਿਆਨ ਰਤਨ ਮਨ ਮਾਂਜੀਏ, ਬੌਰ ਨਾ ਮੈਲਾ ਹੋਈ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਇਹ ਅਸੀਂ ਮਨ ਨੂੰ ਧੋਣ ਵਾਸਤੇ ਵੱਧ ਤੋਂ ਵੱਧ ਸਿਮਰਨ ਕਰਨਾ, ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦੇਣੀ, ਗਿਆਨ ਦੇਣਾ, ਵੀ ਤਾਂ ਕਿ ਸਾਡਾ ਮਨ ਸ਼ੁੱਧ ਰਹੇ। ਫਿਰ ਨਾ ਇਹ ਦੁਬਦਾ ਵੈਰ ਵਿਰੋਧ ਦੇ ਵਿੱਚ, ਨਿੰਦਿਆ ਚੁਗਲੀ 'ਚ ਚਲਾ ਜਾਵੇ, ਫਿਰ ਨਾ ਮੈਲਾ ਹੋ ਜੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ। ਇਹ ਜੋ ਆਪਾਂ ਨੂੰ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਅਤੇ ਆਪਾਂ ਵੀ ਮਨ ਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦੇ ਕੇ ਇਹ ਮਾਇਆ ਦੇ ਨਾਲੋਂ ਸਾਡੇ ਮਨ ਦਾ ਜਿਹੜਾ ਪਿਆਰ ਪਿਆ ਹੋਇਆ ਇਹ ਟੁੱਟ ਜੇ, ਅਤੇ ਆਪਣਾ ਮਨ ਜੀਵਨ ਮੁਕਤ ਹੋ ਜੇ। ਜੋ ਮਹਾਰਾਜ ਸਾਨੂੰ ਸਮਝਾਉਂਦੇ ਨਾ ਗੁਰੂ ਨਾਨਕ ਪਾਤਸ਼ਾਹ, ਇਸ ਮਨ ਮਾਇਆ ਕੋ ਨੇਹੋ ਕਨੇਰਾ, ਕੋਈ ਬੂਝੋ ਗਿਆਨੀ ਕਰੋ ਨਵੇੜਾ। ਵਿਗਿਆਨੀਆਂ ਨੂੰ ਫਿਰ ਇਹ ਹੁਕਮ ਹੈ ਵੀ ਤੁਸੀਂ ਕਿਵੇਂ ਸਾਡੇ ਮਨ ਦਾ ਨਵੇੜਾ ਹੋਵੇ, ਕਿਵੇਂ ਇਹ ਮਾਇਆ ਦੇ ਨਾਲੋਂ ਟੁੱਟ ਕੇ ਮਾਲਕ ਨਾਲ ਜੁੜੇ, ਇਹ ਤੁਸੀਂ ਵਿਚਾਰ ਕਰੋ। ਫਿਰ ਉਹ ਵਿਚਾਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਸਾਧੂਆਂ ਨੇ ਸਮਝਾਈ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ ਤਾਂ ਕਿ ਸਾਡੇ ਮਨ ਨੂੰ ਸੋਝੀ ਆ ਜੀ। ਸੋ ਕੱਲ੍ਹ ਨੂੰ ਸ਼ਨੀਵਾਰ ਹੈ, ਜੋ ਆਪਣਾ ਹਫ਼ਤਾ ਹਰੇਕ ਸ਼ਨੀਵਾਰ ਹਫ਼ਤਾਵਾਰੀ ਸਮਾਗਮ ਹੁੰਦਾ ਗੁਰਦੁਆਰਾ ਪ੍ਰਮਿਲਨੀ ਕਾ ਚਾਓ। ਹੁਣ ਸਮੇਂ ਦਾ ਥੋੜ੍ਹਾ ਫਰਕ ਪੈ ਗਿਆ, ਆਪਾਂ ਥੋੜ੍ਹਾ ਪਹਿਲਾਂ ਚੱਲਿਆ ਕਰੀ। 5:30 ਵਜੇ ਤੱਕ ਗੁਰਮੁਖ ਸਾਰੇ ਤਿਆਰ ਹੋ ਜਿਓ, ਅਤੇ ਆਪਾਂ ਸਾਰਿਆਂ ਨੇ ਜਾਣਾ। ਅਤੇ ਜੋ ਆਪਾਂ ਨੂੰ ਗੁਰਮੁਖ ਗੁਰਬਾਣੀ ਗੁਰੂ ਦੁਆਰਾ ਭੇਜ ਦੇਣਗੇ, ਵੱਧ ਤੋਂ ਵੱਧ ਆਪਾਂ ਸੰਗਤ ਕਰਕੇ ਆਪਣੇ ਜੀਵਨ ਦਾ ਜੋ ਲਾਹਾ, ਇਹ ਆਪਾਂ ਲਾਹਾ ਪ੍ਰਾਪਤ ਕਰਨਾ। ਸੋ ਸਾਰੇ ਗੁਰਮੁਖਾਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਪਹੁੰਚ ਕੇ ਆਪਾਂ ਵੱਧ ਤੋਂ ਵੱਧ ਛੇਤੀ ਪਹੁੰਚ ਕੇ ਉੱਥੇ ਜਿੰਨਾ ਸੰਗਤ ਦੇ ਵਿੱਚ ਸਮਾਂ ਰਵਾਂਗੇ ਓਨਾ ਆਪਾਂ ਨੂੰ ਲਾਹਾ ਹੀ ਲਾਹਾ। ਮਹਾਰਾਜ ਤਾਂਹੀਓ ਫਰਮਾਉਂਦੇ, ਕਬੀਰ ਏਕ ਘੜੀ ਆਧੀ ਹੂੰ ਤੇ ਆਦ,
ਭਗਤਨ ਸੇਤੀ ਗੋਸ਼ਟੀ ਜੋ ਕੀਨੋ ਸੋ ਲਾਭ। ਵੀ ਜਿੰਨਾ ਅਸੀਂ ਸੰਗਤ ਕਰਾਂਗੇ, ਇੱਕ ਘੜੀ ਅੱਧੀ ਘੜੀ ਜਿੰਨਾ ਵੱਧ ਸਮਾਂ ਲਾਵਾਂਗੇ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹਾ ਹੀ ਲਾਹਾ। ਸੋ ਇਸ ਵਾਸਤੇ ਗੁਰਮੁਖੋ ਹੀ ਆਪਾਂ ਸੰਗਤ ਕਰਕੇ ਜੀਵਨ ਦਾ ਲਾਹਾ ਖੱਟਣਾ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ